जय गुरुदेव जय भीम। मैं राम चाहल थोड़े लिए लैके आया हर वीरवार की तरह इस बार भी प्रोग्राम भख दे मसले 7 ਤੋਂ 8 तक मेरे नाल ने पहलों की तरह साडे बड़े ही प्यारे सज्जन मित्र जो हर वेले साडे लिए टाइम कढ़ते हैं, कुलवंत जी ते भगवंत जी। पहला तो जी सारिਆਂ ਨੂੰ कांची टीवी देखने वालिਆਂ ਨੂੰ सारे ਸਰੋਤਿਆਂ ਨੂੰ जय गुरुदेव धन गुरुदेव सारिਆਂ ਨੂੰ सत श्री अकाल ਤੇ ਦੇਖਣ ਵਾਲੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਤੇ ਕਾਂਚੀ ਟੀਮ ਮੈਨੇਜਮੈਂਟ ਹੈ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ जी। भगवंत जी। हाँ जी, मेरे वालों भी सारे कांची टीवी की टीम ਨੂੰ ਪ੍ਰੈਜ਼ੈਂਟਰਾਂ ਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ। ਤੇ ਵੈਸੇ ਇੱਕ ਇਹ ਰਵਾਇਤ ਬਣ ਚੁੱਕੀ ਆ ਨਵਾਂ ਸਾਲ ਮੁਬਾਰਕ ਕਹਿਣ ਦੀ, ਇਹਦੇ ਬਾਰੇ ਆਪਾਂ ਫਿਰ ਕਿਤੇ ਖੁੱਲ੍ਹ ਕੇ ਗੱਲ ਕਰਾਂਗੇ, ਪਰ ਆਪਾਂ ਸਾਰਿਆਂ ਨੂੰ ਫਿਰ ਵੀ ਨਵਾਂ ਸਾਲ ਮੁਬਾਰਕ ਕਹਿੰਦੇ ਹਾਂ ਕਿ ਸਾਰਿਆਂ ਨੂੰ ਖੁਸ਼ੀਆਂ ਵਾਲਾ ਆਵੇ, ਕਿਉਂਕਿ ਜਦੋਂ ਤੱਕ ਮਨੁ ਸਮ੍ਰਿਤੀ ਵਰਗੀਆਂ ਸਾਡੇ ਉੱਤੇ ਕੌਂਸਟੀਟਿਊ ਬੈਠੀਆਂ ਨੇ ਕਿਤਾਬਾਂ। प्रोग्राम करिए शुरू जी। हाँ जी, थैंक यू वेरी मच। प्यारे दर्शकों, प्रोग्राम शुरू करन तो पहला जिवें साडे मेहमानां ने नवें साल ਦੀਆਂ ਮੁਬਾਰਕਾਂ ਆਪ ਜੀ ਨੂੰ ਦਿੱਤੀਆਂ। पिछला साल बहुता वधिया ਤਾਂ नहीं रहा, साडे बहुत सारे दोस्त मित्र सानू छड्ड के चले गए, बहुत सारे ਇਹੋ ਜਿਹੇ ਲੋਕ ਜਿਨ੍ਹਾਂ ਦਾ ਹਜੇ ਇਸ ਦੁਨੀਆ ਤੋਂ ਜਾਣਾ ਨਹੀਂ ਸੀ ਬਣਦਾ ਉਹ ਵੀ ਸਾਨੂੰ ਛੱਡ ਕੇ ਚਲੇ ਬਿਕੋਜ਼ ਕਰੋਨਾ ਵਾਇਰਸ ਕੋਵਿਡ-19 ਵੀ ਅਸੀਂ ਕਹਿੰਦੇ ਉਹਨੂੰ। ਪਿਆਰੇ ਦਰਸ਼ਕੋ, ਭਾਵੇਂ ਨਵਾਂ ਸਾਲ ਕੱਲ੍ਹ ਨੂੰ ਚੜ੍ਹ ਜਾਣਾ ਔਰ ਆਸਟ੍ਰੇਲੀਆ ਤੇ ਬੈਲਜੀਅਮ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਚੜ੍ਹ ਵੀ ਚੁੱਕਿਆ, ਇੱਥੇ ਵੀ ਹੋਰ ਥੋੜ੍ਹੇ ਟਾਈਮ ਤੱਕ ਚੜ੍ਹ ਜਾਊਗਾ, ਪਰ ਸ਼ਰਤਾਂ ਸਰਕਾਰ ਦੀਆਂ ਉਹੀ ਆ ਜਿਹੜੀਆਂ ਬੀਚ ਸੀ। ਖਿਆਲ ਰੱਖਣਾ ਕਿ ਅਸੀਂ ਟੀਅਰ 4 ਦੇ ਵਿੱਚ ਆ ਗਏ ਹਾਂ। ਨਵੇਂ ਸਾਲ ਦੇ ਮੁਬਾਰਕ ਦੇ ਨਾਲ ਨਾਲ ਸਾਡੇ ਹਾਲਾਤ ਬਿਲਕੁਲ ਨਹੀਂ ਬਦਲੇ, ਨਾ ਕਰੋਨਾ ਵੱਲੋਂ, ਨਾ ਕੰਮਾਂ ਕਾਰਾਂ ਵੱਲੋਂ, ਨਾ ਕਿਸੇ ਹੋਰ ਵੀ ਜਿਹੜੇ ਦੇਸ਼ ਪ੍ਰਤੀ ਮਿਲੀਆਂ ਹੋਈਆਂ ਸਾਨੂੰ ਸਖਤ ਹਦਾਇਤਾਂ ਉਹਨਾਂ ਵੱਲੋਂ ਵੀ। ਸੋ ਫਿਰ ਦੁਬਾਰਾ ਬਰਮਿੰਘਮ ਮਿਡਲੈਂਡ ਏਰੀਆ ਜਿਹੜਾ ਆ ਉਹ ਟੀਅਰ 4 ਦੇ ਵਿੱਚ ਆ। ਜਿਹੜੀਆਂ ਹਦਾਇਤਾਂ ਸਾਨੂੰ ਮਿਲੀਆਂ ਨੇ ਉਹਨਾਂ ਦਾ ਖਿਆਲ ਰੱਖਦੇ ਹੋਏ ਆਓ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਮਨੀਸ਼ਾ ਜਿਹੜਾ ਕਿ ਹਾਥਰਸ ਦਾ ਕੇਸ ਸੀ ਉਹਦੇ ਬਾਰੇ ਬਹੁਤ ਸਾਰੇ ਮਿੱਤਰਾਂ ਦੇ ਫੋਨ ਆਉਂਦੇ ਨੇ, ਸਾਡੇ ਸਰੋਤਿਆਂ ਦੇ ਫੋਨ ਆਉਂਦੇ ਨੇ ਕਿ ਉਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ। ਇੰਨਾ ਕੁਝ ਵਧੀਆ ਸਾਡੇ ਵੀ ਸੁਣਨ ਨੂੰ ਨਹੀਂ ਆਇਆ, ਜਿੰਨਾ ਕੁ ਆਇਆ ਉਹ ਤੁਹਾਨੂੰ ਭਗਵੰਤ ਜੀ ਸਾਂਝਾ ਕਰਨਗੇ। ਜੀ ਭਗਵੰਤ ਜੀ। ਉਹੀ यूपी ਦੀ ਸਰਕਾਰ ਜਿਹੜੀ ਬਿਲਕੁਲ ਕਹਿੰਦੀ ਸੀ ਕਿ ਕੋਈ ਕਤਲ ਨਹੀਂ ਹੋਇਆ, ਕੋਈ ਰੇਪ ਨਹੀਂ ਹੋਇਆ, ਸਭ ਕੁਝ ਝੂਠਾ ਆ ਜੀ, ਉਹ ਅੱਜ ਪਿਛਲੇ ਹਫਤੇ CBI ਨੇ ਫੋਰੈਂਸਿਕ ਐਵੀਡੈਂਸ ਫਿਰ ਚੀ ਰੀਟੈਸਟ ਕਰਾ ਕੇ ਸਾਰਾ ਕੁਝ ਕਰਾ ਕੇ ਇਹ ਪ੍ਰੂਵ ਕਰ ਦਿੱਤਾ ਕਿ ਉਸ ਬੱਚੀ ਦਾ ਰੇਪ ਹੋਇਆ, ਉਹਨੂੰ ਕਤਲ ਕੀਤਾ ਗਿਆ। ਅਤੇ ਉਹਦੇ ਵਿੱਚ 4 ਜਿਹੜੇ ਉਹ ਅਖੌਤੀ ਜਿਹਨਾਂ ਦਾ ਨਾਂ ਆਉਂਦਾ ਉਹ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਅਤੇ ਉਹਨਾਂ 'ਤੇ ਕੇਸ ਚੱਲਣਗੇ ਅਤੇ ਪੂਰੀ ਉਮੀਦ ਹੈਗੀ ਹੈ ਕਿ ਉਹ ਅਰੈਸਟ ਉਹਨਾਂ ਨੂੰ ਸਜ਼ਾ ਹੋਊਗੀ। ਅਸਲ ਮਨੀਸ਼ਾ ਬੇਠੀ ਦਾ ਕਤਲ ਉਹ ਇੱਕ ਜਿਹੜਾ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਅਸਲ 'ਚ ਸਰਕਾਰਾਂ ਆ ਇਹ ਉਹਨੂੰ ਇਸ ਤਰ੍ਹਾਂ ਲੈਂਦੀਆਂ ਨੇ ਕਿ ਸਾਡੇ 'ਤੇ ਇੱਕ ਵੋਟਰ ਟੈਸਟਿੰਗ ਵਾਲਾ ਕੰਮ ਹੈਗਾ ਜਿਹੜਾ ਕਿ ਸਰਕਾਰ ਨੇ ਕਰਦੀ ਹੈ। ਇਹ ਜਿਹੜਾ ਇਹ ਜਿਸ ਤਰ੍ਹਾਂ ਸਮਾਜ ਬਣਾਉਣਾ ਚਾਹੁੰਦੇ ਆ ਉਹਦੇ ਵਿੱਚ ਦੇਖਦੇ ਪਏ ਨੇ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਟੈਸਟ ਕੀਤਾ ਜਾਵੇ। ਅਤੇ ਮਨੀਸ਼ਾ ਬੇਠੀ ਵਰਗੀਆਂ ਬੱਚੀਆਂ ਨੂੰ ਉਸ ਦਾ ਉਹਨਾਂ ਦੁਰਘਟਨਾਵਾਂ ਦਾ ਉਹਦਾ ਮਤਲਬ ਕਿ ਮਰਨਾ ਪੈਂਦਾ, ਜਾਨ ਦੇਣੀ ਪੈਂਦੀ ਵਿਚਾਰੀਆਂ ਨੂੰ। ਅਤੇ ਇਹ ਜਿਹੜਾ ਸਮਾਜ ਹੈ ਉਹਦਾ ਵੀ ਜ਼ਿੰਮੇਵਾਰ ਆ, ਪਰ ਸਮਾਜ ਨੂੰ ਸਰਕਾਰਾਂ ਅਸਲ ਦੇ ਵਿੱਚ ਗਵਰਨ ਕਰਦੀਆਂ, ਜਿਹੜਾ ਕਿ ਉਹੀ ਸਮਾਜ ਜਿੱਥੇ ਉਹ UP ਦੇ ਵਿੱਚ ਜਿਸ ਤਰ੍ਹਾਂ ਦੀ ਗੌਰਮੈਂਟਸ ਹੈ ਤੁਹਾਡੇ ਸਾਹਮਣੇ ਆ, ਜਿੱਥੇ ਨਾਗੇ ਸਾਧਾਂ ਵਰਗਿਆਂ ਨੂੰ ਉੱਥੇ ਮੰਤਰੀ ਬਣਾਇਆ ਗਿਆ ਅਤੇ ਉਹ ਸਰਕਾਰਾਂ ਕਿਸ ਤਰ੍ਹਾਂ ਹੋਣਗੀਆਂ, ਉਸ 'ਤੇ ਸਾਡੇ ਬੱਚਿਆਂ ਦਾ ਆਹੀ ਹਾਲ ਹੋਵੇਗਾ। ਜਿਹੜੀ CBI ਨੇ ਪੂਰਾ ਜਿਹੜਾ ਜ਼ੋਰ ਲਾ ਕੇ ਉਹਨਾਂ ਨੇ ਮੁੜ ਕੇ ਉਹ ਫਿਰ ਦਿੱਲੀ ਦੇ ਹਸਪਤਾਲ ਦੇ ਵਿੱਚ ਗਏ, ਉੱਥੇ ਦੇ ਡਾਕਟਰਾਂ ਨੂੰ ਇੰਟਰਵਿਊ ਕੀਤਾ, ਉਹਨਾਂ ਕੋਲ ਪੁੱਛਗਿੱਛ ਕੀਤੀ ਅਤੇ ਉਹ ਸਾਰੇ ਤੋਂ ਉਹਨਾਂ ਨੂੰ ਇਹ ਪ੍ਰੂਫ ਹੋਇਆ ਕਿ ਜੋ ਕੁਝ ਵੀ ਹੋਇਆ ਉਹ ਬੱਚੀ ਨੂੰ ਕਤਲ ਕੀਤਾ ਗਿਆ। ਅਤੇ ਸਭ ਦੇ ਬਾਵਜੂਦ ਕਿ ਜਦੋਂ ਉਸ ਬੱਚੀ ਨੇ ਮਰਨ ਤੋਂ ਪਹਿਲਾਂ ਆਪ ਉਹਦੀ ਜੀਭ ਵੀ ਕੱਟ ਦਿੱਤੀ ਸੀ, ਉਹਨੇ ਆਪ ਦੱਸਿਆ ਕਿ ਉਸ ਨਾਲ ਰੇਪ ਹੋਇਆ ਅਤੇ ਉਹਨੂੰ ਕਿਸ ਤਰ੍ਹਾਂ ਉਹਦੀ ਗਰਦਨ ਤੋੜੀ ਗਈ ਹੈ ਜਾਣ-ਬੁੱਝ ਕੇ ਉਸ ਨੂੰ ਕੀਤਾ ਗਿਆ। ਜੀ ਸ਼ਾਇਦ ਕਿਤੇ ਸੀ ਭੁਲੇਖਾ ਖਾ ਗਏ, ਉਹ ਜਿਹੜੀ ਜੀਭ ਸੀ ਉਹ
ਦੰਦਾਂ ਦੇ ਨਾਲ ਥੋੜ੍ਹੀ ਬਹੁਤੀ ਟੁੱਕੀ ਗਈ ਸੀ, ਕਿਉਂਕਿ ਉਹਨਾਂ ਨੇ ਉਸ ਬੋਲ ਕੇ ਉਹਨਾਂ ਦੇ ਨਾਂ ਵੀ ਦੱਸੇ ਜਿਨ੍ਹਾਂ ਨੇ ਉਹਨਾਂ ਨਾਲ ਰੇਪ ਕੀਤਾ। ਸੋ ਪਿਆਰੇ ਦਰਸ਼ਕੋ, ਬੜੀ ਮੰਦਭਾਗੀ ਘਟਨਾ ਇਹ ਵਾਪਰੀ ਸੀ ਪਿਛਲੇ ਦਿਨੀ, ਕਿਉਂਕਿ ਅਸੀਂ ਹੋਰ 10 ਮਿੰਟਾਂ ਨੂੰ ਫੋਨ ਦੀਆਂ ਲਾਈਨਾਂ ਖੋਲ੍ਹ ਦੇਣੀਆਂ, ਜਿਹਦੇ ਵਿੱਚ ਅਸੀਂ ਮਨੂ ਸਮ੍ਰਿਤੀ ਬਾਰੇ ਡਿਸਕਸ ਕਰਾਂਗੇ। ਕਾਰਨ ਇਹ ਹੀ ਰਿਹਾ ਇਹ ਮਨੀਸ਼ਾ ਦਾ ਵੀ ਕਿ ਪਿਛਲੇ ਸਮੇਂ ਤੋਂ ਮਨੂ ਸਮ੍ਰਿਤੀ ਜਿਹੜੀ ਹਜ਼ਾਰਾਂ ਸਾਲਾਂ ਤੋਂ ਸਾਡੇ 'ਤੇ ਲਾਗੂ ਰਹੀ ਆ, ਉਹ ਹੌਲੀ ਅੱਜ ਵੀ ਇਹ ਉੱਚ ਜਾਤੀ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਵਸੀ ਹੋਈ ਆ। ਭਾਵੇਂ ਉਹਨੂੰ ਬਾਬਾ ਸਾਹਿਬ ਨੇ ਪਾੜ ਦਿੱਤਾ, ਲੂਹ ਦਿੱਤਾ, ਖਤਮ ਕਰ ਦਿੱਤਾ। ਇਹਦੇ ਬਾਰੇ ਅਸੀਂ ਪੂਰੇ 10 ਮਿੰਟ ਬਾਅਦ ਗੱਲ ਕਰਦੇ ਹਾਂ, ਔਰ ਫੋਨ 'ਤੇ ਤੁਸੀਂ ਵੀ ਸਾਡੇ ਨਾਲ ਗੱਲ ਕਰ ਸਕਦੇ। ਪਰ ਮਨੀਸ਼ਾ ਨਾਲ ਜੋ ਹੋਏ ਇਸ ਦੁਖਦ ਘਟਨਾ 'ਤੇ ਸਾਡੇ ਨਾਲ ਗੱਲ ਕਰਨਗੇ ਜੀ ਕੁਲਵੰਤ ਜੀ। ਮਨੀਸ਼ਾ ਦੀ ਗੱਲ ਹੈ ਜੀ, ਇਹ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਜਿਹੜਾ ਉਦੋਂ ਇੰਸੀਡੈਂਟ ਹੋਇਆ ਸੀਗਾ ਉਹ ਬਹੁਤ ਮੰਦਭਾਗਾ ਸੀਗਾ। ਉਹਦੇ ਕੋਰਟ ਕੇਸ ਜਿਹੜਾ ਆ ਉਹ ਹੁਣ ਤੱਕ ਚੱਲਦਾ, ਜਿੱਦਾਂ ਭਗਵੰਤ ਸਿੰਘ ਜੀ ਹੁਣਾਂ ਨੇ ਹੁਣ ਦੱਸਿਆ ਹੀ ਆ, ਉਹ ਸਾਰਾ ਆਪਾਂ ਨੂੰ ਉਹ ਕਲੀਅਰਲੀ ਹੋ ਗਿਆ। ਕੋਰਟ ਦੇ ਵਿੱਚ ਦੇਖੋ ਜਿਹੜੇ ਜੱਜਾਂ ਨੇ ਉਹ ਫੈਸਲਾ ਇਹ ਦੇ ਦਿੱਤਾ ਕਿ ਉਹਨਾਂ ਨੇ ਜੋ ਵੀ ਕੋਤਾਹੀ ਵਰਤੀ ਹੈ, ਜਿਹੜੇ ਪੁਲਿਸਮੈਨ ਸੀਗੇ ਜਾਂ ਹੋਰ ਜਿਨ੍ਹਾਂ ਦੇ ਵੀ ਉਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਉਹਨੂੰ ਕੇਸ ਨੂੰ ਖੁਰਦ-ਬੁਰਦ ਕਰਨ ਲਈ ਉਹਦੇ ਵਿੱਚ ਯੋਗਦਾਨ ਪਾਇਆ ਜੀ, ਉਹਦੇ 'ਤੇ ਉਹਨਾਂ ਨੇ ਜੱਜਮੈਂਟ ਆਈ ਆ, ਪਰ ਹਜੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਆ ਉਹ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਵੀ ਕਿੰਨੀਆਂ ਸਜ਼ਾਵਾਂ ਉਹਨਾਂ ਨੂੰ ਹੋਣੀਆਂ ਆ, ਉਹਨਾਂ ਜਿਹੜੇ ਇਨਵੋਲਵ ਸੀਗੇ ਉਹਦੇ ਵਿੱਚ। ਸੋ ਇਸ ਤਰ੍ਹਾਂ ਉਹ ਚੱਲ ਰਿਹਾ ਹਜੇ ਵੀ, ਜਾਣੀ ਕਿ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਹ ਬਾਹਰ ਜਿਹੜੀ ਖਬਰ ਆਊਗੀ ਤਾਂ ਫਿਰ ਉਹ ਕਲੀਅਰਲੀ ਪਤਾ ਲੱਗੂਗੀ ਵੀ। ਭਗਵੰਤ ਜੀ, ਸੰਖੇਪ ਵਿੱਚ ਡਿਲੀਵਰ ਕਰੋ ਤੁਸੀਂ ਕਿ ਜਿਹੜਾ ਪੁਲਿਸ ਨੇ ਜੋ ਉੱਥੇ ਰੋਲ ਅਦਾ ਕੀਤਾ ਪਿਛਲੇ ਸਮੇਂ 'ਚ, ਜੇ ਆਪਾਂ ਧਿਆਨ ਦੇ ਨਾਲ ਦੇਖੀਏ ਇਸ 20ਵੀਂ ਸਦੀ ਦੇ ਵਿੱਚ ਜਿਸ ਤਰੀਕੇ ਨਾਲ ਪੁਲਿਸ ਦਾ ਮਨੀਸ਼ਾ ਨੂੰ ਲੈ ਕੇ ਰੋਲ ਹੋਇਆ, ਰਾਤ ਨੂੰ ਸੰਸਕਾਰ ਕਰ ਦੇਣਾ, ਇਹੋ ਜਿਹਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਪ੍ਰਸ਼ਾਸਨ ਹੋਏਗਾ ਉਹਦੇ ਪਿੱਛੇ ਜਾਂ ਕੋਈ ਸਿਆਸਤ ਹੋਏਗੀ? ਤੁਹਾਡੇ ਕੀ ਆਉਂਦਾ ਬ੍ਰੇਨ 'ਚ? ਇਹ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਕਿ ਸਿਆਸਤ ਜਦੋਂ ਜਿਹੜੀ ਗਵਰਨਿੰਗ ਕਲਾਸ ਹੈ, ਜਦੋਂ ਗੌਰਮੈਂਟਾਂ ਚਾਹੁੰਦੀਆਂ ਜੀ, ਆਪਾਂ ਨੇ ਪਿੱਛੇ ਦੇਖਿਆ ਹੋਊਗਾ ਕਿ ਇੱਕ ਉਹ ਰਣੌਕੀ ਨਾਂ ਉਹਦਾ, ਰਣੌਤ ਕੀ ਹੈ ਕੁੜੀ, ਉਹ ਕੰਗਣਾ ਰਣੌਤ ਆ, ਉਹਦਾ ਇੱਕ ਛੱਜਾ ਢਾਤਾ ਸੀ ਸ਼ਿਵ ਸੈਨਾ ਦੇ ਲੋਕਾਂ ਨੇ, ਤੇ ਇਹਨਾਂ ਦੀ ਆਪਣੀ ਖਹਿਬਾਜ਼ੀ ਦੇ ਵਿੱਚ ਸ਼ਿਵ ਸੈਨਾ ਤੇ ਭਾਜਪਾ ਦੇ, ਤੇ ਉਸ ਦੇ ਲਈ ਕਿਸ ਤਰ੍ਹਾਂ ਪੁਲਿਸ ਨੇ ਐਕਟ ਕੀਤਾ ਕੁਝ ਦਿਨਾਂ ਦੇ ਵਿੱਚੋਂ, ਕੋਈ ਤਾਂ ਕੀ ਮੀਡੀਆ ਤੇ ਕਿੰਨੇ ਦਿਨ ਚੱਲਦਾ ਰਿਹਾ। ਤੇ ਉਸ ਜਿੱਦਾਂ ਤੋਂ ਗੱਲ ਕੀਤੀ ਵੀ ਜਦੋਂ ਆਹ ਗੱਲ ਬੱਚੀ ਦੀ ਗੱਲ ਆਉਂਦੀ ਆ ਤਾਂ ਉਸ ਨੂੰ ਕਿਸ ਤਰ੍ਹਾਂ ਆਪਣੇ ਯੂਪੀ ਗੌਰਮੈਂਟ ਦੇ ਪਿੱਛੋਂ ਇਹ ਹਦਾਇਤਾਂ ਸੀਗੀਆਂ ਕਿ ਕਿਸੇ ਨੂੰ ਅਰੈਸਟ ਨਹੀਂ ਕਰਨਾ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਮੁੰਡਾ ਸੀ ਉਹ ਜਿਹੜੀ ਹਾਈ ਇੱਕ ਮਿਨਿਸਟਰੀਅਲ ਲੈਵਲ ਦੇ ਬੰਦਿਆਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਸੀਗੇ, ਤੇ ਉਹਨਾਂ ਨੇ ਹੁਣ ਪਿੱਛੋਂ ਹਦਾਇਤ ਕੀਤੀ ਸੀ ਕਿ ਉਹ ਬੰਦੇ ਨੂੰ ਅਰੈਸਟ ਨਹੀਂ ਕਰਨਾ। ਤੇ ਉਹਨੂੰ ਜੋ ਪਹਿਲਾਂ ਤਾਂ ਉਹਨੂੰ ਬਿਲਕੁਲ ਆਨਾਕਾਰੀ ਕੀਤੀ ਹੈ ਕਿ ਨਹੀਂ ਅਸੀਂ ਇਹਨੂੰ ਕਰਨਾ, ਫਿਰ ਜਦੋਂ ਲੋਕਾਂ ਦਾ ਦੁਨੀਆ ਦੇ ਵਿੱਚ ਸਾਰੀ ਦੇ ਵਿੱਚ ਉਹਦਾ ਪ੍ਰੈਸ਼ਰ ਬਣਿਆ, ਫਿਰ ਜਾ ਕੇ ਉਹਨਾਂ ਨੇ ਉਸ ਨੂੰ ਅਰੈਸਟ ਕੀਤਾ। ਅਤੇ ਇਹਦੇ ਵਿੱਚ ਮਤਲਬ ਕਿ ਸਰਕਾਰ ਦਾ ਪੂਰਾ ਹੱਥ ਹੈਗਾ, ਜਦੋਂ ਚਾਹੁੰਦੇ ਨੇ, ਜਦੋਂ ਕਿਤੇ ਉਹਨਾਂ ਨੂੰ ਦਿਖਦਾ ਕਿ ਇਹ ਸਾਡੀ, ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ। ਹੁਣ ਤੁਸੀਂ ਰਿਸਰਚ ਵੀ ਕਰਨਾ ਚਾਹੋ ਮਨੀਸ਼ਾ ਦੇ ਉੱਤੇ ਤਾਂ ਉਹਨਾਂ ਨੇ ਸਾਰੇ ਦੁਨੀਆ ਦੇ ਵਿੱਚ ਇਹ ਗੱਲ ਨੂੰ ਅਸਲ ਦੇ ਵਿੱਚ ਮੀਡੀਆ ਨੂੰ ਬੰਦ ਕੀਤਾ ਹੋਇਆ। ਮਿਹਰਬਾਨੀ। ਅਕਸ ਸਾਡਾ ਜਾਂ ਸਾਡੇ ਦੇਸ਼ ਦਾ ਕੁਲਵੰਤ ਜੀ ਕੀ ਪਿਆ ਪੁਲਿਸ ਨੂੰ ਲੈ ਕੇ, ਜਾਂ ਹੋਰ ਲੋਕਾਂ ਨੇ ਦੇਖਿਆ ਹੋ ਬਈ ਉਹ ਜੋ ਕੁਛ ਹੋਇਆ ਪੁਲਿਸ ਦਾ ਸਾਡੇ ਸਮਾਜ 'ਤੇ ਜਾਂ ਸਾਡੇ ਕੌਮ 'ਤੇ ਕੀ ਪਿਆ ਹੋਊਗਾ? ਦੇਖੋ, ਜਿਹੜਾ ਸਾਡੇ ਦੇਸ਼ ਦਾ ਅਕਸ ਆ, ਚਾਹਲ ਜੀ ਜਿੱਦਾਂ ਤੁਸੀਂ ਗੱਲ ਕਰਦੇ ਆ ਜੀ, ਸਾਡੇ ਦੇਸ਼ ਦਾ ਜਿਹੜਾ ਅਕਸ ਆ ਉਹ 1947 ਤੋਂ ਬਾਅਦ ਜਦੋਂ ਸਾਡੇ ਕਾਲੇ ਜਿਹੜੇ ਇਹ ਗੋਰੇ ਆ ਬਰਾਜਮਾਨ ਹੋ ਗਏ ਸਾਡੀ ਸੱਤਾ 'ਤੇ ਜੀ, ਉਸ ਤੋਂ ਬਾਅਦ ਅੱਜ ਤੱਕ ਦਾ ਤੁਸੀਂ ਲਾ ਲਿਓ ਜੀ, ਕਿੰਨੇ ਕਤਲੇਆਮ ਕਤਲੋਗਾਰਤ ਜਿਹੜੀ ਆ ਉਹ ਪੂਰੇ ਭਾਰਤ ਦੇ ਵਿੱਚ ਅੱਜ ਤੱਕ ਹੋ ਰਹੀ ਆ। ਅਸੀਂ ਖੱਟਿਆ ਕੀ ਆ, ਅਸੀਂ ਕੀਤਾ ਕੀ ਆ, ਅਸੀਂ ਕਰਿਆ ਕੀ ਆ ਜਿੰਨਾ ਕਿ ਇੰਟਰਨੈਸ਼ਨਲ ਪੱਧਰ ਤੇ ਸਾਡੀ ਕੋਈ ਛਵੀ 'ਚ ਕੋਈ ਚੰਗੀ ਹੋਈ ਹੋਵੇ। ਹੁਣ ਤੱਕ ਅੱਜ ਤੱਕ ਤੁਸੀਂ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਪ੍ਰਧਾਨ ਮੰਤਰੀ ਦਾ ਸਾਡੇ ਜਿਹੜੇ ਦੇਸ਼ ਦਾ ਬਣਿਆ ਮੋਦੀ, ਉਹਦਾ ਤੁਸੀਂ ਕਦੀ ਵੀ ਪਾ ਕੇ ਦੇਖ ਲਓ ਕਿ ਮੋਸਟ ਕ੍ਰਿਮੀਨਲ ਬੰਦਾ ਜਾਂ ਫਿਡਲਮੈਨ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਤੁਸੀਂ ਗੂਗਲ 'ਤੇ ਰਿਸਰਚ ਕਰਕੇ ਦੇਖੋ, ਕਰਪਟ ਬੰਦਾ, ਉਹ ਸਿਰਫ ਪਹਿਲਾਂ ਸਭ ਤੋਂ ਮੋਦੀ ਦਾ ਨਾਮ ਆ ਜਾਂਦਾ ਜੀ। ਤੇ ਤੁਸੀਂ ਇਹ ਤੋਂ ਜੱਜ ਕਰ ਸਕਦੇ ਆ ਵੀ ਜਿਹੜੇ ਲੋਕਾਂ ਨੂੰ ਸਾਡੀ ਸੱਭਿਅਤਾ ਜਾਂ ਸਾਡੇ ਕਲਚਰ ਬਾਰੇ ਨਹੀਂ ਵੀ ਪਤਾ ਹੈਗਾ, ਬਾਹਰ ਹੋਰ ਮੁਲਕਾਂ ਦੇ ਵਿੱਚ ਹੋਰ ਮਤਲਬ ਕਲਚਰ ਦੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ, ਜਦੋਂ ਉਹ ਇੰਨਾ ਹੀ ਰਿਸਰਚ ਕਰ ਲੈਣਗੇ ਕਿ ਸਾਡੇ ਪ੍ਰਧਾਨ ਮੰਤਰੀ ਬਾਰੇ,
ਤਾਂ ਉਹਨਾਂ ਨੂੰ ਇੱਥੋਂ ਤੱਕ ਇੰਨੀ ਕੁ ਇਨਫੋਰਮੇਸ਼ਨ ਮਿਲ ਜਾਣੀ ਆ ਤਾਂ ਸਾਡੇ ਕਲਚਰ ਦਾ, ਸਾਡੀ ਸੁਸਾਇਟੀ ਦਾ, ਸਾਡੇ ਸਮਾਜ ਦਾ ਤਾਂ ਮਿੰਟੋ ਮਿੰਟ ਹੀ ਪਤਾ ਲੱਗ ਜਾਂਦਾ ਫਿਰ ਜਿਹਦਾ ਪ੍ਰਧਾਨ ਮੰਤਰੀ ਇਦਾਂ ਦਾ ਹੋਵੇ ਜੀ। ਸੋ ਇਹ ਇਦਾਂ ਦੀਆਂ ਹਾਲਤਾਂ ਆ ਸਾਡੇ। ਅਸੀਂ ਖੱਟਿਆ ਕੁਝ ਨਹੀਂ ਹੈਗਾ, ਹੁਣ ਤੱਕ ਗਵਾਇਆ ਹੀ ਆ। ਗਦਰੀ ਬਾਬੇ ਜਦੋਂ ਦੇਸ਼ ਦੀ ਲੜਾਈ ਲੜ ਰਹੇ ਸੀ, ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਹਾਂਜੀ, ਉਹਨਾਂ ਦੇ ਵਿੱਚੋਂ ਜਿੰਨੇ ਵੀ ਗਦਰੀ ਬਾਬੇ ਸੀ ਉਹ ਉਸੇ ਹੀ ਲਹਿਰ ਦੇ ਵਿੱਚੋਂ, ਜਾਂ ਕਮਿਊਨਿਸਟ ਲਹਿਰ ਚੋਂ ਕਹਿ ਲਓ, ਜਾਂ ਭਗਤ ਸਿੰਘ ਸੀ, ਜਾਂ ਸਰਾਭਾ ਸੀ, ਜਾਂ ਊਧਮ ਸਿੰਘ ਸੀ। ਤਕਰੀਬਨ ਇਹ ਜਿਹੜੇ ਲੋਕ ਸੀ ਡਿਜ਼ਰਵ ਕਰਦੇ ਸੀ ਸੱਤਾ ਨੂੰ ਚਲਾਉਣ ਲਈ। ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਵੇਲੇ ਦੇ ਜਿਹੜੀ ਕਾਲੇ ਗੋਰੇ ਜਿਹਨੀ ਇਹਨਾਂ ਨੇ ਲਫ਼ਜ਼ ਵਰਤਿਆ, ਉਹ ਸਹੀ ਗੱਲ, ਕਾਲੇ ਗੋਰੇ ਜਿੱਦਾਂ ਗਾਂਧੀ ਆ ਜਾਂ ਨਹਿਰੂ ਆ, ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਮਰ ਰਹੇ, ਜਿਨ੍ਹਾਂ ਨੂੰ ਫਾਂਸੀ ਸਜ਼ਾ ਹੋ ਰਹੀ ਆ ਲੋਕ, ਉਹਨਾਂ ਨੂੰ ਬਚਾਇਆ ਜਾਵੇ ਤਾਂ ਕਿ ਨੌਜਵਾਨ ਲੋਕ ਹੈ ਇਹਨਾਂ ਆਉਣ ਵਾਲੇ ਸਮੇਂ 'ਚ ਇਹ ਸੱਤਾ 'ਤੇ ਆ ਸਕਣ। ਇਹ ਇੱਕ ਅਸਲ 'ਚ ਅੰਗਰੇਜ਼ਾਂ ਨਾਲ ਮਿਲ ਕੇ ਇੱਕ ਬਹੁਤ ਵੱਡੀ ਛੜਯੰਤਰ ਰਚਿਆ ਗਿਆ ਇੰਡੀਆ ਦੀ ਆਜ਼ਾਦੀ ਦਾ। ਅਤੇ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਭਗਤ ਸਿੰਘ ਵਰਗੇ ਜਾਂ ਸਰਾਭੇ ਵਰਗੇ ਪੜ੍ਹੇ ਲਿਖੇ ਨੌਜਵਾਨ ਆਉਣ। ਜਿਵੇਂ ਕਿ ਹੁਣ ਵੀ ਆਪਾਂ ਨੂੰ ਪਤਾ ਕਿ ਇੰਡੀਆ ਦਾ ਇਸ ਟਾਈਮ ਵੀ ਉਹ ਇਸ ਤਰ੍ਹਾਂ ਪੂਰਾ ਜ਼ੋਰ ਲੱਗਦਾ ਉਹਨਾਂ ਦਾ ਕਿ ਪੜ੍ਹੇ ਲੋਕ ਮੂਹਰੇ ਨਾ ਆਉਣ। ਉਹਨਾਂ ਨੂੰ ਗੌਰਮੈਂਟ ਦੇ ਵਿੱਚ ਵੀ, ਸੰਸਦ ਦੇ ਵਿੱਚ ਵੀ ਉਹੀ ਲੋਕ ਚਾਹੀਦੇ ਨੇ ਜਿਹੜੇ ਲੋਕ ਅਨਪੜ੍ਹ ਉਹਨਾਂ ਦੀ ਗੱਲ ਕੋਈ ਜਵਾਬ ਤਲਬੀ ਉਹਨਾਂ ਨਾਲ ਨਾ ਕਰਨ। ਅਤੇ ਉਹ ਉਸੇ ਗੱਲ ਦੇ ਵਿੱਚੋਂ ਇਹ ਆਉਂਦੇ ਕਿ ਉਹ ਜਦੋਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਆਉਂਦਾ ਜਿਸ ਨੂੰ ਦੁਨੀਆ ਦੇ ਲੈਵਲ, ਦੁਨੀਆ ਦੇ ਵਰਲਡ ਪੋਲਿਟਿਕਸ ਦਾ ਪਤਾ, ਉਹਨੂੰ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੇ ਰਾਜ, ਕਿੱਥੇ ਕਿਹੜੇ ਤਰ੍ਹਾਂ ਦੇ ਰਾਜ ਚੱਲਦੇ ਪਏ ਨੇ, ਉਹ ਬੰਦਾ ਉਹ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਸਾਡੇ ਮੁਲਕ ਦੇ ਵਿੱਚ ਵੀ ਉਸ ਤਰ੍ਹਾਂ ਦੇ ਰਾਜ ਚੱਲਣ। ਪਰ ਅੱਜ ਜਦੋਂ ਸਾਡਾ ਜਿੱਥੇ ਮੁਲਕ ਨੂੰ ਇਹਨਾਂ ਨੇ ਖੜਾ ਕੀਤਾ ਲਿਆ ਕੇ, ਹੁਣ ਦੱਸੋ ਤਾਂ ਤੁਸੀਂ ਮੁੜ ਕੇ ਉਸ ਮੁਲਕ ਨੂੰ 2000 ਸਾਲ ਪਿੱਛੇ ਲੈ ਕੇ ਜਾ ਰਹੇ ਆ। ਮਨੂ ਸਮ੍ਰਿਤੀ ਦਾ ਨਾਂ ਦੇ ਕੇ ਉਹ ਪੋਸਟ ਕਰਦੇ ਪਏ ਨੇ। ਸਵਾਲ ਇਹ ਹੈ ਕਿ ਜਿਹੜੇ ਸਾਡੇ ਭਗਤ ਸਿੰਘ ਸੀ, ਜੇਕਰ ਉਹ ਹੁੰਦੇ ਤਾਂ ਵਧੀਆ ਰਾਜ ਹੁੰਦਾ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਗਾ। ਜੇ ਭਗਤ ਸਿੰਘ ਇੱਕ ਪੜ੍ਹਿਆ ਲਿਖਿਆ ਬੰਦਾ ਸੀ ਜਿਸ ਨੇ ਅਖੀਰ ਜਦੋਂ ਇੱਕ ਗੱਲ ਆਮ ਮਸ਼ਹੂਰ ਹੈ ਕਿ ਉਹ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਉਸ ਨੇ ਲਿਟਰੇਚਰ ਇੰਨਾ ਪੜ੍ਹਿਆ, ਜਿਹੜਾ ਸਾਰਾ ਲਿਟਰੇਚਰ, ਮੋਹ ਦੇ ਵਿੱਚੋਂ ਜ਼ਿਆਦਾਤਰ ਲਿਟਰੇਚਰ ਜਿਹੜਾ ਕਿ ਜੋ ਉਸ ਟਾਈਮ ਦੇ ਵਿੱਚ 1917 ਦੇ ਵਿੱਚ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਹੋ ਕੇ ਹਟਿਆ ਸੀ, ਉਸ ਨੂੰ ਉਹ ਪੜ੍ਹਦਾ ਸੀ। ਅਤੇ ਜਿਹੜੀ ਉਹਦੀ ਆਖਰੀ ਕਿਤਾਬ ਵੀ ਸੀ ਉਹ ਰਸ਼ੀਆ ਨਾਲ ਰਿਲੇਟਿਡ ਉਸ ਟਾਈਮ ਦੀ ਸੀਗੀ। ਅਤੇ ਉਹ ਜਿਹੜਾ ਕਿ ਇਹ ਜੋ ਕੁਝ ਰਸ਼ੀਆ ਦੇ ਵਿੱਚ ਵਾਪਰਿਆ, ਕੀ ਹੋਇਆ, ਇਹ ਅਲੱਗ ਚੀਜ਼ ਆ। ਪਰ ਫਿਰ ਵੀ ਉਹ ਲੋਕ ਜਿਹੜਾ ਉਹ ਮੁਲਕ ਨੇ ਸਾਡੇ ਮੁਲਕਾਂ ਨਾਲੋਂ ਚੰਗੀ ਰੋਟੀ ਖਾਂਦੇ ਪਏ ਨੇ। ਕਾਲ ਹੈ ਜੀ, ਦੇਖਦੇ ਕੌਣ ਸਾਹਿਬ ਬੋਲਦੇ ਜੀ? ਮੈਂ ਮੋਹਨ ਲਾਲ ਕਰੀਮਪੁਰੀ ਕੈਨੇਡਾ ਤੋਂ ਬੋਲ ਰਿਹਾ ਜੀ। ਜੀ ਮੋਹਨ ਲਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਤੁਸੀਂ ਜਿਹੜਾ ਵੀ ਪ੍ਰੋਗਰਾਮ ਲੈ ਕੇ ਆਉਂਦੇ ਆ, ਭਖ ਦੇ ਮਸਲੇ ਬਹੁਤ ਅੱਛੇ ਹੁੰਦੇ ਆ, ਸਮੇਂ ਤੇ ਵਿਚਾਰ ਕਰਨ ਦੇ ਹੁੰਦੇ ਆ। ਅੱਜ ਤੁਸੀਂ ਜਿਹੜੀ ਗੱਲ ਖਾਸ ਕਰਕੇ ਕਹੀ ਆ, ਮਨੀਸ਼ਾ ਭੈਣ ਜੀ ਦੀ ਵੀ ਗੱਲ ਕੀਤੀ ਹੈ ਜੀ ਕਿ CBI ਨੇ ਜਿਹੜੇ ਦੋਸ਼ੀ ਸੀਗੇ ਉਹ ਕਲੀਅਰ ਕਰ ਲਏ ਆ ਤੇ ਉਹਨਾਂ ਤੇ ਮੁਕੱਦਮਾ ਚੱਲੇਗਾ। ਬਹੁਤ ਚੰਗੀ ਗੱਲ ਹੈ ਇਹ, ਕਿਉਂਕਿ ਜਿਹੜੀਆਂ ਸਰਕਾਰਾਂ ਜਿਹਨੂੰ ਅਸੀਂ ਮਨੂਵਾਦੀ ਸਰਕਾਰਾਂ ਕਹਿੰਦੇ ਆ, ਇਹ ਤਾਂ ਹਮੇਸ਼ਾ ਸਾਡੇ ਲੋਕਾਂ ਦੇ ਖਿਲਾਫ ਰਹੀਆਂ। ਅਗਰ ਅਸੀਂ ਕੋਈ ਕੰਮ ਨਹੀਂ ਕਰਦੇ ਉਹ ਵੀ ਸਾਡੇ ਸਿਰ ਲਾਇਆ ਜਾਂਦਾ। ਫਿਰ ਤੁਸੀਂ ਮਨੂ ਸਿਮਰਤੀ ਦੀ ਗੱਲ ਕੀਤੀ, ਇਹ ਬਹੁਤ ਜ਼ਰੂਰੀ ਹੈ, ਤੁਹਾਤੋਂ ਪਹਿਲਾਂ ਕਰਨੀ ਚਾਹੀਦੀ ਸੀ। ਇਸ ਪਲੇਟਫਾਰਮ ਤੋਂ ਕਿਸੇ ਨੇ ਕੀਤੀ ਨਹੀਂ, ਤੁਸੀਂ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਅਸੀਂ। ਮਨੀਸ਼ਾ ਤੋਂ ਬਾਅਦ ਅਗਲਾ ਸਵਾਲ ਸਾਡਾ ਸੀ ਮਨੂ ਸਮ੍ਰਿਤੀ। ਇਹਦੇ ਵਿੱਚ ਤੁਹਾਨੂੰ ਇਹਦੇ ਬਾਰੇ ਕੀ ਪਤਾ ਆ, ਦਰਸ਼ਕਾਂ ਨੂੰ ਦੱਸ ਦਿਓ। 2 ਮਿੰਟ। ਹਾਂ ਜੀ, ਮੈਂ ਜ਼ਰੂਰ ਦੱਸਾਂਗਾ। ਮੈਂ ਜ਼ਿਆਦਾ ਲੰਬਾ ਨਹੀਂ ਕਰਾਂਗਾ। ਮੈਂ 10-12 ਜਿਹੜੇ ਉਹਦੇ ਪੁਆਇੰਟ ਹੈਗੇ, ਕਾਨੂੰਨ ਹੈਗੇ ਮਨੂ ਸਿਮਰਤੀ ਦੇ, ਉਹ ਦੱਸਾਂਗਾ। ਫਿਰ ਮੈਂ ਦੱਸਾਂਗਾ ਕਿ ਬਾਬਾ ਸਾਹਿਬ ਨੇ ਜਿਹੜੀ ਇਸ ਕਰਕੇ ਮਨੂ ਸਿਮਰਤੀ ਜਿਹੜੀ ਉਹ ਜਲਾਈ ਸੀਗੀ। ਮਨੂਵਾਦ ਦੇ ਜਿਹੜੇ ਹੁਕਮ ਹੈਗੇ ਆ ਉਹ ਹੈਗੇ ਆ ਕਿ ਆਦੀ ਦਰਾਵੜ ਜਿਹੜੇ ਪਛੜੇ ਵਰਗਾਂ ਦੀਆਂ ਇਸਤਰੀਆਂ ਸੋਨੇ ਤੇ ਚਾਂਦੀ ਦੇ ਗਹਿਣੇ ਨਹੀਂ ਪਾਉਣਗੀਆਂ। ਉਹਨਾਂ ਦੇ ਮਰਦ ਗੋਡਿਆਂ ਤੋਂ ਥੱਲੇ ਤੇ ਕੁੱਲਿਆਂ ਤੋਂ ਉੱਤੇ ਕੱਪੜੇ ਨਹੀਂ ਪਹਿਨਣਗੇ। ਅੱਜ ਵੀ ਆਜ਼ਾਦ ਭਾਰਤ 'ਚ ਤੁਸੀਂ ਕਰੋੜਾਂ ਮਰਦ ਔਰਤਾਂ ਨੂੰ ਇਸੇ ਤਰ੍ਹਾਂ ਨਗਨ ਅਵਸਥਾ ਵਿੱਚ ਦੇਖ ਸਕਦੇ ਹੋ। ਉਹਨਾਂ ਦੇ ਮਰਦ ਕੋਟ ਕਮੀਜ਼ ਤੇ ਬਨੈਣ ਨਹੀਂ ਪਾਉਣਗੇ। ਕੋਈ ਵੀ ਆਦੀ ਦਰਾਵੜ ਆਪਣੇ ਵਾਲ ਨਹੀਂ ਕਟਵਾਏਗਾ। ਆਦੀ ਦਰਾਵੜ ਆਪਣੇ ਘਰਾਂ ਵਿੱਚ ਕੇਵਲ ਮਿੱਟੀ ਦੇ ਬਰਤਨ ਹੀ ਵਰਤਣਗੇ। ਉਹਨਾਂ ਦੀਆਂ ਔਰਤਾਂ ਆਪਣੇ ਸਰੀਰ ਦੇ ਉੱਪਰਲੇ ਭਾਗ ਨੂੰ ਕੱਪੜਿਆਂ ਜਾਂ ਰਾਬੂ ਕਾਈ ਜਾਂ ਕਾਬਨੀ ਖਾਸ ਵਸਤਰ ਨਾਲ ਨਹੀਂ ਢੱਕਣਗੀਆਂ।
ਉਹਨਾਂ ਦੀਆਂ ਔਰਤਾਂ ਫੁੱਲਾਂ ਦਾ ਕੇਸਰ ਦੇ ਬਟਨੇ ਦਾ ਇਸਤੇਮਾਲ ਨਹੀਂ ਕਰਨਗੀਆਂ। ਮਰਦ ਲੋਕ ਤਾਂ ਧੁੱਪ ਤੇ ਮੀਂਹ ਤੋਂ ਬਚਣ ਲਈ ਛੱਤਰੀ ਦਾ ਇਸਤੇਮਾਲ ਨਹੀਂ ਕਰਨਗੇ, ਨਾ ਹੀ ਚੱਪਲ ਪਾਉਣਗੇ। ਜਦੋਂ ਕੁਝ ਸਮੇਂ ਤੱਕ ਦਰਾਵੜਾਂ ਨੇ ਇਹਨਾਂ ਪਾਬੰਦੀਆਂ ਦਾ ਪਾਲਣ ਪੂਰੀ ਤਰ੍ਹਾਂ ਨਾ ਕੀਤਾ ਤਾਂ 11 ਪਾਬੰਦੀਆਂ ਦੀ ਹੋਰ ਰਚਨਾ ਕੀਤੀ ਗਈ। ਆਦਿ ਦਰਾਵੜ, SC ST OBC ਆਦਿ ਕਹੇ ਜਾਣ ਵਾਲੇ ਲੋਕ ਅਤੇ ਦਵਿੰਦਰ ਕੁਲ ਬੇਲਾਗ ਆਪਣੇ ਗੋਡਿਆਂ ਤੋਂ ਥੱਲੇ ਬਸਤਰ ਨਹੀਂ ਪਾਉਣਗੇ। ਉੱਪਰ ਦੱਸੇ ਦਲਿਤ ਵਰਗਾਂ ਦੇ ਪੁਰਸ਼ ਤੇ ਇਸਤਰੀਆਂ ਸੋਨੇ ਦੇ ਜੇਵਰ ਨਹੀਂ ਪਾਉਣਗੇ। ਇਸਤਰੀਆਂ ਕੇਵਲ ਮਿੱਟੀ ਦੇ ਬਰਤਨਾਂ ਵਿੱਚ ਪਾਣੀ ਲੈ ਸਕਣਗੀਆਂ, ਤਾਂਬੇ ਜਾਂ ਪਿੱਤਲ ਦੇ ਬਰਤਨਾਂ ਵਿੱਚ ਨਹੀਂ ਲੈ ਸਕਣਗੀਆਂ। ਪਾਣੀ ਵਾਲੇ ਬਰਤਨ ਨੂੰ ਧੋਣ ਲਈ ਉਹ ਕੇਵਲ ਪੁਆਲ ਜਾਨੀ ਢਾਕ ਦਾ ਇਸਤੇਮਾਲ ਕਰਨਗੀਆਂ। ਇਸ ਕੰਮ ਲਈ ਕੱਪੜੇ ਦੀ ਵਰਤੋਂ ਵੀ ਨਹੀਂ ਕਰਨਗੀਆਂ ਜੀ। ਕਿਉਂਕਿ ਇੱਕ ਪ੍ਰੋਗਰਾਮ 'ਚ ਅਸੀਂ ਇੱਕ ਵਿਸ਼ਾ ਇੱਕ ਗੱਲ ਤੇ ਗੱਲ ਕਰ ਲਈਏ ਤਾਂ ਸਾਰਾ ਆ ਜਾਣੀ ਆ। ਮੈਂ ਤੁਹਾਨੂੰ ਸਵਾਲ ਇਸ ਵਾਸਤੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਹੁਕਮਨਾਮੇ ਜਿਹੜੇ ਮਨੂ ਨੇ ਸਾਡੇ ਤੇ ਲਾਏ ਸੀਗੇ, ਬਾਬਾ ਸਾਹਿਬ ਨੇ ਇਹਨਾਂ ਕਾਰਨਾਂ ਕਰਕੇ ਮਨੂ ਸਿਮਰਤੀ ਸਾੜੀ ਹੈ। ਹਾਂ ਮੋਹਨ ਲਾਲ ਜੀ, ਜਦੋਂ ਮੇਰਾ ਇੱਕ ਸਵਾਲ ਦਾ ਜਵਾਬ ਦੇ ਦਿਓ, ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੇ ਵੀਕ ਲਵਾਂਗੇ। ਬਾਬਾ ਸਾਹਿਬ ਨੇ ਮਨੂ ਸਮ੍ਰਿਤੀ ਨੂੰ ਲੂਹ ਦਿੱਤਾ 25 ਦਸੰਬਰ 1927 ਨੂੰ ਲੂਹਿਆ। ਨਾ ਤਾਂ ਉਸ ਵੇਲੇ ਦੇਸ਼ ਆਜ਼ਾਦ ਸੀ, ਨਾ ਕੋਈ ਪਤਾ ਸੀ ਵੀ ਦੇਸ਼ ਕਦੋਂ ਆਜ਼ਾਦ ਹੋਣਾ, ਨਾ ਸੰਵਿਧਾਨ ਬਣਾਉਣ ਦੀ ਕੋਈ ਗੱਲ ਸੀ। 1927 ਨੂੰ ਲੂਹ ਕੇ ਦੱਸ ਦੇਣਾ ਪੂਰੇ ਸੰਸਾਰ ਨੂੰ ਜਾਂ ਗੋਰਿਆਂ ਨੂੰ ਬਈ ਇਹ ਕਿਤੇ ਮੁੜ ਕੇ ਇਹ ਲਾਗੂ ਨਾ ਕਰ ਦੇਣ, ਕਿਉਂਕਿ ਇਹ ਜਿਹੜਾ ਵਿਧਾਨ ਆ ਇਹ ਸਾਡੇ ਲੋਕਾਂ ਦੇ ਖਿਲਾਫ ਆ, ਜਿਹੜੇ ਤੁਸੀਂ ਇਹ ਗੱਲਾਂ ਸਾਨੂੰ ਕਹੀਆਂ। ਮੈਂ ਤੁਹਾਨੂੰ ਸਵਾਲ ਇਹ ਕਰਨਾ ਚਾਹੁੰਦਾ, ਅਸੀਂ ਇੱਥੇ ਕੋਈ ਵੀ ਮਿੱਥ ਕੇ ਨਹੀਂ ਬੈਠੇ ਵੀ ਤੁਸੀਂ ਗੱਲ ਆ ਕਹਿਣੀ, ਜਿਹਦੇ ਜੋ ਵਿਚਾਰ ਹੋਣਗੇ ਉਹ ਆਪਣੇ ਵਿਚਾਰ ਦੇਗਾ। ਜਦੋਂ ਬਾਬਾ ਸਾਹਿਬ ਨੇ ਇੱਕ ਵਾਰੀ ਮਨੂ ਸਮ੍ਰਿਤੀ ਲੂਹ ਦਿੱਤੀ, ਜਦੋਂ ਸਾਡੇ ਪੇ ਨੇ ਇੱਕ ਵਾਰੀ ਮਨੂ ਸਮ੍ਰਿਤੀ ਲੂਹ ਦਿੱਤੀ, ਉਹਨੂੰ ਬਾਰ-ਬਾਰ ਲੂਹਿਆ ਜਾਣਾ ਚਾਹੀਦਾ ਜਾਂ ਉਸ ਦਿਨ ਦਾ ਦਿਨ ਮਨਾਉਣਾ ਚਾਹੀਦਾ ਵੀ ਇਸ ਦਿਨ ਬਾਬਾ ਸਾਹਿਬ ਨੇ ਮਨੂ ਸਮ੍ਰਿਤੀ ਲੂਹੀ ਸੀ। ਚੰਗੀ ਗੱਲ ਕੀਤੀ ਹੈ। ਤਾਂ ਮੇਰੇ ਮਨ ਦੇ ਵਿੱਚ ਅੱਗੇ ਬਹੁਤ ਸਾਰੀ ਗੱਲ ਆ ਕਿ ਮਨੂ ਸਿਮਰਤੀਆਂ ਜਾਂ ਕੋਈ ਗ੍ਰੰਥ ਲੂਣ ਦਾ ਮਸਲਾ ਨਹੀਂ ਹੈ। ਹੁਣ ਬਾਬਾ ਸਾਹਿਬ ਦੇ ਲੂਣ ਦਾ ਮਸਲਾ ਸੀ, ਇਸ ਤੇ ਵਿਚਾਰ ਕਰਨ ਦਾ, ਬਹੁਤ ਮਿਹਰਬਾਨੀ ਜੀ, ਜਾਚਣ ਦਾ, ਪਰਖਣ ਦਾ, ਇਸ ਨੂੰ ਦੇਸ਼ ਚੋਂ ਖਤਮ ਕਰਨ ਦਾ। ਇਹ ਲੂ ਕੇ ਤਾਂ ਖਤਮ ਨਹੀਂ ਹੋਣਾ ਜਦ ਤੱਕ ਅਸੀਂ ਉਸ ਮਨੂ ਸਮ੍ਰਿਤੀ ਨੂੰ ਮਿਹਰਬਾਨੀ ਜੀ ਸੰਵਿਧਾਨ ਵਿੱਚ ਨਹੀਂ ਬਦਲਦੇ, ਜਦ ਤੱਕ ਮਨੂ ਸਮ੍ਰਿਤੀ ਖਤਮ ਨਹੀਂ ਹੋ ਸਕਦੀ। ਮਿਹਰਬਾਨੀ ਜੀ, ਥੈਂਕ ਯੂ। ਕਿਉਂਕਿ ਹੋਰ ਕਾਲਰ ਵੀ ਨੇ। ਮੈਂ ਪਿਆਰੇ ਦਰਸ਼ਕੋ, ਅਸੀਂ ਕੋਈ ਮਿੱਥ ਕੇ ਨਹੀਂ ਬੈਠੇ। ਮੈਨੂੰ ਬਹੁਤ ਪੜ੍ਹੇ ਲਿਖੇ ਲੋਕ ਨੇ ਇੱਥੇ ਇੰਗਲੈਂਡ ਦੇ ਵਿੱਚ ਵੀ, ਬਾਹਰ ਵੀ, ਜਦੋਂ 25 ਦਸੰਬਰ ਦੀ ਘਟਨਾ ਦੇਖੀ ਆ ਕਿ ਲੋਕਾਂ ਨੇ ਪੋਸਟਰ ਲੂਹੇ ਆ ਜਾਂ ਉਹਦੇ ਵਰਗੀ ਸ਼ਕਲ ਬਣਾ ਕੇ ਲੁਹਿਆ ਗਿਆ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਦੋਂ ਸਾਡੇ ਪੇ ਨੇ ਉਹਨੂੰ ਲੂਹ ਦਿੱਤਾ, ਉਦੋਂ ਬਾਅਦ ਸਾਨੂੰ ਕੀ ਜ਼ਰੂਰਤ ਪਈ ਆ ਬਾਰ-ਬਾਰ ਲੂਣ ਦੀ। ਹਾਂ, ਉਹਨਾਂ ਨੇ ਇੱਕ ਤੁਹਾਨੂੰ ਤਿਉਹਾਰ ਦਿੱਤਾ, ਇੱਕ ਦਿਨ ਦਿੱਤਾ, ਉਹਨੂੰ ਮਨਾਓ। ਜੇਕਰ ਅਸੀਂ ਬਾਰ-ਬਾਰ ਜਿੱਦਾਂ ਰਾਵਣ ਨੂੰ ਲੂੰਦੇ ਆ, ਜਿਵੇਂ ਉਹ ਮੂਰਖਤਾ ਕਰ ਰਹੇ ਨੇ, ਫਿਰ ਸਾਡੀ ਵੀ ਇੱਕ ਤਰ੍ਹਾਂ ਦੀ ਮੂਰਖਤਾ ਹੋਊਗੀ। ਵਿਚਾਰ ਤੁਹਾਡੇ ਆਪੋ ਆਪਣੇ, ਕੋਈ ਕੰਟਰੋਵਰਸੀ ਨਹੀਂ, ਕੋਈ ਇਸ ਤਰ੍ਹਾਂ ਦਾ ਕੋਈ ਝਗੜਾ ਨਹੀਂ, ਤੁਸੀਂ ਆਪਣੇ ਵਿਚਾਰ ਦੇ ਸਕਦੇ ਜੀ। ਜੈ ਗੁਰਦੇਵ, ਜੈ ਭੀਮ ਜੀ। ਹੈਲੋ ਹਾਂਜੀ, ਜੈ ਗੁਰਦੇਵ, ਜੈ ਭੀਮ ਜੀ। ਹਾਂਜੀ ਜੈ ਗੁਰਦੇਵ ਜੀ। ਆਪ ਕੌਣ ਬੋਲਦੇ ਜੀ? ਮੈਂ ਕੁੰਦਨ ਝੁੰਮੜ ਬੋਲ ਰਿਹਾ। ਹਾਂਜੀ ਝੁੰਮੜ ਜੀ। ਹਾਂਜੀ, ਬਹੁਤ ਵਧੀਆ ਤੁਸੀਂ ਸਭ ਰੱਖਿਆ ਅੱਜ ਜੀ। ਹਾਂਜੀ, ਉਹ ਮੈਂ ਮਾੜਾ ਜਿਹਾ ਮਿਸ ਕਰਤਾ ਸੀਗਾ ਸਵਾਲ ਕੀ ਤੁਹਾਡਾ ਜੀ। ਹਾਂਜੀ ਝੁੰਮੜ ਜੀ। ਹਾਂਜੀ, ਆਪਣਾ ਕੀ ਸੀਗਾ ਸਵਾਲ ਬੜੇ ਭਾਈ, ਮੈਂ ਸੁਣਿਆ ਨਹੀਂ। ਝੁੰਮੜ ਜੀ ਤੁਸੀਂ ਫੋਨ ਰੱਖੋ, ਅਸੀਂ ਫਿਰ ਡਿਸਕਸ ਕਰਦੇ, ਤੁਸੀਂ ਦੁਬਾਰਾ ਫੋਨ ਕਰਿਓ। ਓਕੇ ਓਕੇ, ਥੈਂਕ ਯੂ ਜੀ। ਪਿਆਰੇ ਦਰਸ਼ਕੋ, ਮਨੂ ਸਮ੍ਰਿਤੀ ਨੂੰ ਕੀ ਲੂਣਾ ਚਾਹੀਦਾ ਬਾਰ-ਬਾਰ ਉਸ ਦਿਨ ਤੇ, ਜਾਂ ਸਾਨੂੰ ਮਨੂ ਸਮ੍ਰਿਤੀ ਦਾ ਤਿਉਹਾਰ ਮਨਾਉਣਾ ਚਾਹੀਦਾ, ਦੁੱਖਾਂ ਨੂੰ ਦੱਸਣਾ ਚਾਹੀਦਾ, ਤਿਉਹਾਰ ਵੀ ਨਾ ਕਿਹਾ ਜਾਏ, ਇੱਕ ਦਿਨ ਮਨਾਇਆ ਜਾਏ ਇਸ ਤਰੀਕੇ ਦੇ ਨਾਲ ਕਿ ਅੱਜ ਦੇ ਦਿਨ ਮਨੂ ਸਮ੍ਰਿਤੀ ਨੂੰ ਕਿਉਂ ਲੁਹਿਆ ਸੀ ਬਾਬਾ ਸਾਹਿਬ ਨੇ? ਕਿਉਂਕਿ ਜਿਸ ਇੱਕ ਨੇ ਲੂ ਦਿੱਤਾ ਉਹ ਤੋਂ ਵੱਡੇ ਅਸੀਂ ਨਹੀਂ ਬਣ ਸਕਦੇ ਕਦੇ ਵੀ। ਸਵਾਲ ਸਾਡਾ ਇਹ ਸੀ, ਤੁਸੀਂ ਕੁਝ ਕਹਿਣ ਲੱਗੇ ਸੀ ਜੀ। ਹਾਂਜੀ, ਗੱਲ ਜਿਹੜੀ ਹੈਗੀ ਆ, ਉਹਨਾਂ ਨੇ ਇੱਕ ਪ੍ਰੋਟੈਸਟ ਜਿਹੜਾ ਇੱਕ ਲੋਕਾਂ ਨੂੰ ਇਹ ਦਿੱਤਾ ਕਿ ਇਹ ਜਿਹੜੀ ਨਾ ਮੇਰੇ ਹਿਸਾਬ ਨਾਲ ਜਿਹੜੀ ਮਨੂ ਸਮ੍ਰਿਤੀ ਆ ਵੀ ਦੁਨੀਆ ਦੀ ਸਭ ਤੋਂ ਭੈੜੀ ਕਿਤਾਬ ਹੈ, ਜਿਹੜੀ ਮਨੁੱਖ ਨੂੰ ਮਨੁੱਖ ਤੋਂ ਅਲੱਗ ਕਰਦੀ ਆ, ਮਨੁੱਖ ਨੂੰ ਮਨੁੱਖ ਦੇ ਵਿੱਚੋਂ ਨਫ਼ਰਤ ਪੈਦਾ ਕਰਦੀ ਆ। ਸਭ ਤੋਂ ਭੈੜੀ ਕਿਤਾਬ ਹੈ ਜਿਹੜੀ ਹਿਊਮਨ ਰਾਈਟਸ ਦਾ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦੀ ਆ। ਇਹ ਇੱਕੋ ਕਿਤਾਬ ਹੈ ਜਿਹੜਾ ਮਨੁੱਖ ਨੂੰ ਮਨੁੱਖ ਨਹੀਂ, ਉਹਨੂੰ ਜਾਨਵਰ ਬਣਾਉਂਦੀ ਆ। ਅਤੇ ਇਹ ਇਸ ਤਰ੍ਹਾਂ ਦੀ ਕਿਤਾਬ ਨੂੰ ਅਸਲ ਦੇ ਵਿੱਚ ਜਾਣਨਾ ਬਾਬਾ ਜੀ ਦਾ ਬਿਲਕੁਲ ਅੰਬੇਦਕਰ ਜੀ ਦਾ ਸਹੀ ਸੀ। ਪਰ ਕੀ ਹੁਣ ਅਸੀਂ ਰੋਜ਼ ਉਸ ਕਿਤਾਬ ਨੂੰ, ਆਏ ਸਾਲ ਉਸ ਕਿਤਾਬ ਨੂੰ ਜਾਣਾਂਗੇ? ਇਹ ਗੱਲ ਸਾਡੇ ਲਈ ਵਿਚਾਰਨ ਵਾਲੀ ਆ। ਇਹ ਕਿਤਾਬ ਆਪਣੇ ਪਵਨ ਜੀ, ਇਹਦੇ ਨਾਲ ਥੋੜ੍ਹੀ ਜਿਹੀ ਐਡ ਕਰਦਾ ਵੀ ਬਾਬਾ ਸਾਹਿਬ ਨੇ ਤਾਂ ਉਦੋਂ ਇਹ ਵੀ ਇੱਥੋਂ ਤੱਕ ਵੀ ਕਿਹਾ
ਵੀ ਇੱਕ ਜਿਹੜੀ ਬੁੱਕ ਆ ਇਹ ਜਾਂ ਗ੍ਰੰਥ ਆ ਵੀ ਇੱਕ ਇਹੋ ਜਿਹਾ ਹੈ ਜਿਹੜੀ ਕਿ ਬਹੁ ਮੰਜ਼ਲੀ ਇਮਾਰਤ ਵਰਗੀ ਹੋਵੇ ਵੀ ਜਿਹਦੀਆਂ ਸੀੜੀਆਂ ਨਾ ਇੱਕ ਮੰਜ਼ਿਲ ਤੋਂ ਦੂਸਰੀ ਮੰਜ਼ਿਲ ਤੱਕ ਜਾਣ ਲਈ ਨਾ ਹੋਣ ਜਾਣੀ ਇੱਦਾਂ ਦੀਆਂ ਉਦਾਹਰਨਾਂ ਦਿੱਤੀਆਂ ਵੀ ਜਿਹੜੀ ਮਨੁੱਖਤਾ ਦੀ ਬਰਾਬਰਤਾ ਨੂੰ ਖਤਮ ਕਰਦੀ ਹੋਵੇ ਵੀ ਸਾਨੂੰ ਉਹਦੀ ਜ਼ਰੂਰਤ ਨਹੀਂ ਸਮਾਜ ਦੇ ਵਿੱਚ ਜੀ ਹੈ ਨਾ। ਸੋ ਉਹਨਾਂ ਨੇ ਤਾਂ ਬਹੁਤ ਵੱਡੀ ਘਾਲਣਾ ਘਾਲੀ ਆ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਲਿਖਿਆ। ਦੇਖੋ ਉਹਨਾਂ ਨੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਉਹਨਾਂ ਨੇ ਕਿੱਦਾਂ ਉਹਨਾਂ ਨੇ ਦੁੱਖ ਤਕਲੀਫਾਂ ਝੱਲ ਕੇ ਉਹਨਾਂ ਨੂੰ ਪਤਾ ਸੀ ਨਾ ਇਹ ਚੀਜ਼ਾਂ ਸਾਰੀਆਂ, ਫਿਰ ਇਸ ਕਰਕੇ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਉਹਦੇ ਵਿੱਚ ਸਾਰਾ ਕੁਝ ਜਿਹੜਾ ਆ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕੀਤੀ। ਸੋ ਇਹ ਬਾਰ-ਬਾਰ ਤਾਂ ਚਲੋ ਆਪਾਂ ਹੁਣ ਗੱਲ ਇਹਦੇ ਤੇ ਕੀ ਕਰਨੀ ਆ। ਸੋ ਮੇਰੇ ਖਿਆਲ ਨਾਲ ਕਾਫੀ ਕਲੀਅਰ ਹੋ ਗਿਆ ਆਪਾਂ। ਜੀ ਜੈ ਗੁਰਦੇਵ ਜੈ ਭੀਮ ਜੀ। ਹੈਲੋ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਤੁਹਾਡੀ। ਮੇਰੇ ਕੋਈ ਤਾਂ ਸਾਥੀ ਮੈਨੂੰ ਜਾਣਦਾ ਵੇ ਜਿਹੜੇ ਬੈਠੇ ਉੱਤੇ। ਡਾਕਟਰ ਅੰਬੇਦਕਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਾਂ ਦੱਸਣਾ ਚਾਹੋਗੇ ਜੀ? ਦਸਾਂਝ। ਹਾਂਜੀ ਦਸਾਂਝ ਜੀ। ਡਾਕਟਰ ਅੰਬੇਦਕਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਕਿ ਜਾਤ ਪਾਤ ਦੇ ਖਿਲਾਫ ਜਾਤ ਪਾਤ ਦੇ ਵਿਰੁੱਧ ਸਟਰਗਲ ਕੀਤੀ ਔਰ ਕੋਸ਼ਿਸ਼ ਕੀਤੀ ਕਿ ਇਹ ਖਤਮ ਕੀਤੀ ਜਾਵੇ। ਔਰ ਇੱਥੋਂ ਤੱਕ ਕਿ ਉਹਨੇ ਆਪਣਾ ਆਪ ਵੀ ਸੈਕਰੀਫਾਈਸ ਕੀਤਾ। ਲੇਕਿਨ ਅੱਜ ਸਾਡੇ ਦੇਖਣ ਸੋਚਣ ਲਈ ਇਹ ਗੱਲ ਆ ਕਿ ਦਸਾਂਝੀ ਵਿਸ਼ਾ ਇਹ ਹੈ ਕਿ ਮਨੂ ਸਮ੍ਰਿਤੀ ਬਾਰ-ਬਾਰ ਲੂਣੀ ਚਾਹੀਦੀ ਆ। ਜਦ ਲੂ ਦਿੱਤੀ ਆ ਕੀ ਸਾਨੂੰ ਉਹ ਦਿਨ ਨਹੀਂ ਮਨਾਉਣਾ ਚਾਹੀਦਾ ਬੈਠ ਕੇ ਉਸ ਦਿਨ ਨੂੰ? ਸਾਡੇ ਮਨੂ ਸਮ੍ਰਿਤੀ ਬੇਸ਼ੱਕ 100 ਵਾਰੀ ਮਾਰੋ, ਚਾਹੇ ਕੋਈ ਗ੍ਰੰਥ ਸਾੜੋ, ਕੁਛ ਸਾੜੋ, ਲੇਕਿਨ ਸਵਾਲ ਇਹ ਹੈਗਾ ਕਿ ਸਾਡੇ ਗਰੀਬ ਲੋਕਾਂ ਦੇ ਨਾਲ ਜਾਂ ਸਾਡੇ ਦਲਿਤ ਵਰਗਾਂ ਦੇ ਨਾਲ ਉਹਨਾਂ ਦੇ ਨਾਲ ਬੇਇਨਸਾਫੀ ਕਦੋਂ ਖਤਮ ਹੋਏਗੀ? ਉਹਦਾ ਇਲਾਜ ਕੀ ਆ? ਡਾਕਟਰ ਅੰਬੇਦਕਰ failed. I have a highly respect for that. Thank you जी, बहुत मेहरबानी। थैंक यू वेरी मच जी, बहुत मेहरबानी दसांझ जी। ਜੀ ਗੱਲ ਕਰ ਰਹੇ ਸੀ ਕਿ ਮਨੂ ਸਮ੍ਰਿਤੀ ਲੂਣੀ ਚਾਹੀਦੀ ਜਾਂ ਨਹੀਂ ਲੂਣੀ ਚਾਹੀਦੀ। ਦੁਬਾਰਾ ਬਾਰ-ਬਾਰ ਦਿਨ ਜਿਹੜਾ ਆ ਉਹ ਮਨਾਉਣਾ ਅਸੀਂ ਇੱਕ ਸਮਝਦੇ ਕਿ ਉਸ ਨੂੰ ਤਿਉਹਾਰ ਦੇ ਤੌਰ 'ਤੇ ਜਾਂ ਇੱਕ ਦਿਨ ਦੇ ਤੌਰ 'ਤੇ, ਇੱਕ ਯਾਦਗਾਰੀ ਦਿਨ ਦੇ ਤੌਰ 'ਤੇ ਇਸ ਤਰ੍ਹਾਂ ਭਾਰਤ ਦੇ ਵਿੱਚ ਮਨਾਇਆ ਜਾਵੇ ਤਾਂ ਕਿ ਮਨੂ ਸਮ੍ਰਿਤੀ ਜਿਹੜੀ ਮੁੜ ਸਿਰ ਨਾ ਚੁੱਕੇ। ਜਿਹੜਾ ਹਾਲਾਤ ਅੱਜ ਬਣੇ ਹੋਏ ਨੇ, ਅਸੀਂ ਪਿਛਲੇ 10 ਸਾਲ ਤੋਂ ਕਹਿ ਰਹੇ ਹਾਂ ਕਿ ਆਉਣ ਵਾਲੇ ਹਾਲਾਤ ਆਹ ਬਣਨੇ ਨੇ, ਉਹ ਹੀ ਹਾਲ ਬਣਦੇ ਜਾ ਰਹੇ ਨੇ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਜੀ। ਹਾਂਜੀ ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਤੁਸੀਂ ਬੜਾ ਵਧੀਆ, ਬਹੁਤ ਤੁਸੀਂ ਵਧੀਆ ਜਿਹੜਾ ਟੌਪਿਕ ਛੇੜਿਆ ਹੈ ਨਾ ਜੀ। ਇਹਦੇ ਪਤਾ ਕੀ ਛੇੜਨ ਨਾਲੋਂ ਨਹੀਂ, ਪਰ ਇਹਨੂੰ ਰਿਮੈਂਬਰ ਜ਼ਰੂਰ ਰੱਖਣਾ ਚਾਹੀਦਾ। ਹਾਂ, ਇੰਨਾ ਹੀ ਸਵਾਲ ਦਾ ਜਵਾਬ ਹੈ। ਦੇਖੋ ਸਾਨ ਨਾਲ ਹੋਰ ਖੰਤੂ ਪ੍ਰੰਤੂ ਹੋਰ ਵੱਧਦੇ ਆ ਨਾ, ਪਰ ਸਭ ਤੋਂ ਵਧੀਆ ਚੀਜ਼ ਇਹ ਆ ਸਾਨੂੰ ਆਪਣੇ ਸਮਾਜ ਨੂੰ ਐਜੂਕੇਸ਼ਨ ਕਰਕੇ ਇਹਨੂੰ ਆਰਥਿਕ ਤੌਰ ਤੇ ਬਰਾਬਰ ਆਵੋ। ਕੌਣ ਸਾਹਿਬ ਬੋਲਦੇ ਜੀ, ਨਾਂ ਦੱਸੋਗੇ? ਮੇਰਾ ਨਾਮ ਮਨਜੀਤ ਸਿੰਘ ਆ ਜੀ। ਮਨਜੀਤ ਸਿੰਘ, ਤੁਹਾਡਾ ਸਵਾਲ ਆ ਗਿਆ। ਥੈਂਕ ਯੂ ਵੈਰੀ ਮਚ। ਕਾਲਾਂ ਬੜੀਆਂ ਲੰਬੀਆਂ ਨਹੀਂ, ਮੈਂ ਛੋਟੀ ਜਿਹੀ ਗੱਲ ਕਹਿਣੀ, ਪਤਾ ਕੀ ਆ, ਦੇਖੋ ਜਿਹੜਾ ਨਾ ਸਭ ਤੋਂ ਵੱਡੀ ਲੋੜ ਆ ਐਜੂਕੇਸ਼ਨ ਤੇ ਆਰਥਿਕਤਾ ਜਿਹੜੀ ਆ ਮਾਇਕ ਹਾਲਤ ਉੱਚੀ ਚੱਕਣ ਲਈ। ਬਾਕੀ ਸਾਰੀਆਂ ਗੱਲਾਂ ਸੈਕੰਡਰੀ ਜੋ ਮਰਜ਼ੀ ਕਰ ਲਓ, ਪਰ ਜਿੰਨਾ ਚਿਰ ਇਹ ਚੀਜ਼ ਨਹੀਂ ਚੱਕ ਆਊਗੀ ਉਹਨਾਂ ਚਿਰ ਸਮਾਜ ਬਰਾਬਰ ਨਹੀਂ ਆ ਸਕਦਾ। ਚਾਹੇ ਦੇਖੋ ਬਾਕੀ ਉਹਨਾਂ ਜੋ ਗੁਲਾਮੀ ਦੀ ਜਿਹੜੀ ਹੈ ਨਾ ਅਹਿਸਾਸ ਆ ਉਹ ਕੱਢਣਾ ਚਾਹੀਦਾ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਜਦੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਅਮਿਤਾਭ ਬੱਚਨ ਨੇ ਇਸ 'ਤੇ ਸਵਾਲ ਪੁੱਛਿਆ ਹੈ ਮਨੂ ਸਮ੍ਰਿਤੀ ਨੂੰ ਲੂਣ ਬਾਰੇ, ਜਦੋਂ ਉਹ ਸਮਾਜ ਮੰਨ ਚੁੱਕਿਆ ਵੀ ਲੂਈ ਗਈ ਹੈ ਤਾਂ ਫਿਰ ਤਿਉਹਾਰ ਮਨਾਓ, ਦਿਨ ਮਨਾਓ, ਲੋਕਾਂ ਨੂੰ ਦੱਸੋ ਵੀ ਕੀ ਗੱਲ ਸੀ। ਬਾਰ-ਬਾਰ ਲੂ ਕੇ ਖੁਦ ਨੂੰ ਵੱਡੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੀ ਤੁਸੀਂ ਕਹਿ ਰਹੇ ਸੀ ਕੁਛ? ਆਪਾਂ ਉਹੀ ਮਨੂ ਸਮ੍ਰਿਤੀ 'ਤੇ ਆਪਾਂ ਗੱਲ ਕਰਦੇ ਹਾਂ ਨਾ ਜੀ। ਵੀ ਦੇਖੋ ਲੂ ਕੇ ਜਿੱਦਾਂ ਤੁਸੀਂ ਵੀ ਗੱਲ ਕੀਤੀ ਵੀ ਉਸ ਦਿਨ ਨੂੰ ਸੋਚਣਾ ਸਮਝਣਾ ਚਾਹੀਦਾ ਵੀ ਇਸ ਦਿਨ ਬਾਬਾ ਸਾਹਿਬ ਨੇ ਲੂਈ ਸੀਗੀ ਜੀ। ਕਿਉਂ ਲੂਈ? ਸਾਰਿਆਂ ਨੂੰ ਸਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਜਿਹੜਾ ਰਾਏਗੜ੍ਹ ਜ਼ਿਲ੍ਹਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਲੂਈ ਸੀਗੀ ਉਸ ਟਾਈਮ, ਹੈ ਨਾ। ਸੋ ਮਹਾਰਾਸ਼ਟਰ ਹਾਂਜੀ। ਸੋ ਕਾਲ ਲੈ ਲਈਏ। ਹੈਲੋ, ਜੈ ਗੁਰਦੇਵ ਜੈ ਭੀਮ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਜੈ ਗੁਰਦੇਵ ਜੈ ਭੀਮ ਜੀ। ਜੀ ਦਾਸ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਬਰਮਿੰਘਮ ਤੋਂ ਜੀ। ਹੈਲੋ ਜੀ। ਹਾਂਜੀ ਹਾਂਜੀ। ਇਹ ਮੇਰਾ ਵੀਰ, ਮੈਂ ਪ੍ਰੋਗਰਾਮ ਦੇਖ ਰਿਹਾ ਕਿ
ਆਪਾਂ ਕਹੀ ਜਾਂਦੇ ਸਾਡੇ ਨਾਲ ਜ਼ਿਆਦਤੀ ਹੁੰਦੀ, ਸਾਡੇ ਨਾਲ ਜ਼ਿਆਦਤੀ ਹੁੰਦੀ ਆ। ਆਪਾਂ ਕਦੇ ਸੋਚਿਆ ਕਿ ਇਹਦੇ ਵਿੱਚ ਕਸੂਰ ਸਾਡਾ ਵੀ ਹੈਗਾ ਕੁਛ ਕਿ ਨਹੀਂ? ਦੱਸਿਓ ਸਾਡਾ ਕਿਹੜਾ ਕਸੂਰ ਆ ਜੀ, ਉਹਨੂੰ ਠੀਕ ਕਰ ਲੈਂਦੇ। ਹਾਂਜੀ ਹਾਂਜੀ, ਮੈਂ ਆਪ ਜੀ ਨੂੰ ਨਹੀਂ ਕਰਿਆ, ਮੈਂ ਵੀ ਵਿੱਚ ਆ ਜੀ। ਹਾਂਜੀ, ਅਸੀਂ ਖੁਦ ਦੇ ਵਿੱਚ ਜਿਹੜੇ ਵੰਡੀਆਂ ਪਾ ਲਈਆਂ ਜੀ। ਪਿੰਡਾਂ ਦੇ ਵਿੱਚ ਅਸੀਂ ਜਿਹੜੇ ਆ ਸੇਵੇ ਵੀ ਵੱਖਰੇ ਬਣਾ ਲਏ, ਬਿਲਕੁਲ ਸਹੀ ਅਸੀਂ ਹੈ। ਗੁਰਦੁਆਰਾ ਸਾਹਿਬ ਵੀ ਵੱਖਰੇ ਬਣਾ ਲਏ, ਤੇ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ ਵੰਡੇ ਗਏ। ਚਾਹੇ ਉਹ ਸ਼ਰਾਬ ਨਾਲ ਵਿਕ ਜਾਂਦੀਆਂ ਵੋਟਾਂ, ਚਾਹੇ ਪੈਸੇ ਨਾਲ ਵਿਕ ਜਾਂਦੀਆਂ, ਚਾਹੇ ਧੜੇਬੰਦੀ 'ਚ ਵਿਕ ਜਾਂਦੀਆਂ। ਅਸੀਂ ਕਦੇ ਏਦਾਂ ਸੋਚਿਆ ਹੈਗਾ ਕਿ ਜਿਹੜੇ ਸਾਡੇ ਦੇ ਵਿੱਚ ਇਹ ਵੰਡੀਆਂ ਪਾਉਣ ਵਾਲੇ ਆ ਤਾਂ ਉਹਨਾਂ ਨੂੰ ਅਸੀਂ ਨਕਾਰਦੇ ਕਿਉਂ ਨਹੀਂ? ਅਸੀਂ ਇੱਕ ਕਿਰਤੀ ਲੋਕ ਜਿਹੜੇ ਇਕੱਠੇ ਹੋ ਕੇ ਅਸੀਂ ਆਪਣਾ ਕਿਉਂ ਨਹੀਂ ਬਣਾ ਲੈਂਦੇ? ਅਸੀਂ ਪਿੰਡਾਂ ਦੇ ਵਿੱਚ ਧੜੇਬੰਦੀਆਂ ਪਾ ਲਈਆਂ। ਅਸੀਂ ਵਿਦੇਸ਼ਾਂ 'ਚ ਵੀ ਗੁਰਦੁਆਰਾ ਸਾਹਿਬ ਦੇ ਕਨਸਟੀਟਿਊਸ਼ਨ ਲਿਖ ਲਿਆ ਵੀ ਜੇਕਰ ਐਸ ਬਰਾਦਰੀ ਨਾਲ ਬੰਦਾ ਹੈਗਾ ਤਾਂ ਹੀ ਉਹ ਮੈਂਬਰ ਬਣ ਸਕਦਾ, ਨਹੀਂ ਤਾਂ ਨਹੀਂ ਬਣ ਸਕਦਾ। ਪਰ ਕਿੰਨਾ ਚਿਰ ਅਸੀਂ ਇਹ ਜਿਹੜੀ ਸਿਆਪਾ ਕਰਦੇ ਰਹਾਂਗੇ, ਕਿੰਨਾ ਚਿਰ ਅਸੀਂ ਰੋਂਦੇ ਰਹਾਂਗੇ ਸਾਡੇ ਨਾ ਹੋਇਆ, ਸਾਡੇ ਨਾ ਹੋਇਆ। ਕਿਉਂ ਨਾ ਅਸੀਂ ਹੰਭਲਾ ਮਾਰ ਸਕੀਏ? ਹੁਣ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਲੱਗਾ ਆ ਔਰ ਮੈਨੂੰ ਬੜੀ ਖੁਸ਼ੀ ਹੈ, ਉਹਦੇ ਵਿੱਚ ਹਰ ਕੋਈ ਵਰਗ ਜਿਹੜਾ ਆ ਵਿੱਚ ਇਕੱਠਾ ਹੋਇਆ। ਕੀ ਅਸੀਂ ਇਹ ਤੋਂ ਬਾਅਦ ਦੇ ਵਿੱਚ ਆ ਕੇ ਪਿੰਡਾਂ 'ਚ ਮੁੜ ਕੇ ਫਿਰ ਇਕੱਠੇ ਰਹਿ ਸਕਾਂਗੇ, ਇਕੱਠੇ ਹੋ ਸਕਾਂਗੇ, ਇੱਕ ਦੂਜੇ ਦੇ ਅਸੀਂ ਕੰਮ ਆ ਸਕਾਂਗੇ, ਇੱਕ ਦੂਜੇ ਦੀ ਇੱਜ਼ਤ ਮਾਣ ਅਸੀਂ ਕਰ ਸਕਾਂਗੇ, ਇਨਸਾਨ ਨੂੰ ਇਨਸਾਨ ਮੰਨਾਂਗੇ? ਇੱਦਾਂ ਨਹੀਂ ਹੋਗਾ ਫਲਾਨਾ ਦਲਿਤ ਹੈ ਜਾਂ ਫਲਾਨਾ। ਮੈਂ ਮਾਫੀ ਚਾਹੁੰਦਾ, ਸ਼ਾਇਦ ਤੁਸੀਂ ਮੇਰੇ ਆ ਜਿਹੜੇ ਗਾਂ ਲਫ਼ਜ਼ ਕਰਨ ਲੱਗਾ ਇਹਨਾਂ ਦੇ ਨਾਲ ਸਹਿਮਤ ਹੋਵੋ ਨਾ ਹੋ, ਤੁਹਾਡੀ ਮਰਜ਼ੀ। ਮੈਂ ਕਹਿ ਦੇਣੇ ਆ, ਕਦੇ ਤਾਂ ਸਾਨੂੰ ਹਰੀਜਨ ਕਹਿ ਦਿੱਤਾ, ਕਦੇ ਸਾਨੂੰ ਦਲਿਤ ਕਹਿ ਦਿੱਤਾ, ਕਦੇ ਸਾਨੂੰ ਕੁਛ ਕਹਿ ਦਿੱਤਾ। ਅਸੀਂ ਇਨਸਾਨ ਤਾਂ ਕਿਹਾ ਹੀ ਨਹੀਂ ਸਾਨੂੰ ਇਹਨਾਂ ਨੇ, ਚਾਹੇ ਉਹ ਗਾਂਧੀ ਕਹੇ ਚਾਹੇ ਨਹਿਰੂ, ਕੋਈ ਸਾਨੂੰ ਵੱਖਰੇ ਵੱਖਰੇ ਨਾਮਾਂ ਦੇ ਵਿੱਚ ਦੇ ਦਿੱਤਾ। ਤੇ ਜਿਹੜੀ ਬ੍ਰਾਹਮਣਵਾਦੀ ਸੋਚ ਆ, ਜਿਹੜੇ ਮੇਰੇ ਵੀਰ ਜਿਹੜੇ ਆਪਣੇ ਆਪ ਨੂੰ ਜ਼ਿਮੀਂਦਾਰ ਕਹਾਉਂਦੇ, ਜੱਟ ਕਹਾਉਂਦੇ, ਉਹ ਤੇ ਇਹਨਾਂ ਨੂੰ ਵੀ ਸ਼ੂਦਰ ਕਹਿੰਦੇ ਆ। ਕੀ ਅਸੀਂ ਇਨਸਾਨ ਨਿਗੇ ਹੈ? ਕੀ ਅਸੀਂ ਇਨਸਾਨ ਬਣ ਕੇ ਇੰਨੀ ਵੀ ਨਹੀਂ ਸਮਝ ਸਕਦੇ? ਸਾਡੇ ਬੱਚੀਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਭਰਾਵਾਂ ਦੇ ਨਾਲ ਦੇਖੋ ਪੰਜਾਬ 'ਚ ਵੀ ਹੋ ਰਿਹਾ, ਪਰ ਬਾਕੀ ਸੂਬਿਆਂ ਨਾਲੋਂ ਪੰਜਾਬ 'ਚ ਘੱਟ ਹੋ ਰਿਹਾ। ਬਾਕੀ ਦੇ ਸੂਬਿਆਂ ਦੇ ਵਿੱਚ ਕਿੰਨੀ ਜ਼ਿਆਦਤੀ ਹੋ ਰਹੀ ਆ? ਅਸੀਂ ਕਦੇ ਖੁੱਲ੍ਹ ਕੇ ਇਹਦੀ ਆਵਾਜ਼ ਉਠਾਈ ਆ? ਮੈਂ ਇੱਕ ਸਵਾਲ ਕਰਾਂਗਾ ਹੁਣ ਤੁਹਾਨੂੰ, ਤੁਹਾਡੇ ਸਵਾਲ ਬਹੁਤ ਵਧੀਆ, ਲੰਬੀ ਗੱਲ ਹੋ ਜਾਣੀ ਆ। ਮੈਂ ਬਸ 1 ਮਿੰਟ ਲਊਂਗਾ, ਤੁਹਾਡਾ ਜਵਾਬ ਦਊਂ, ਫਿਰ ਮੈਂ ਕੱਟ ਕਰ ਦੂੰਗਾ ਜੀ। ਹਾਂਜੀ ਜੀ, ਕਰੋ ਗੱਲ। ਨਹੀਂ ਤੁਸੀਂ ਮੈਨੂੰ ਦੱਸੋ, ਤੁਸੀਂ ਕਹਿੰਦੇ ਮੈਂ ਸਵਾਲ ਕਰਦਾ। ਪਹਿਲੇ ਗੁਰੂ ਮਹਾਰਾਜ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਾਤ ਪਾਤ ਨੂੰ ਖਤਮ ਕਰਨ ਦੀ ਹੀ ਵਿਧੀ ਬਣੀ, ਹਰ ਗੱਲ ਤੁਰੀ ਆ। ਜੇ ਮੈਂ ਸਾਰੀਆਂ ਗਣਾਉਣ ਲੱਗਾ ਤੇ ਸਮਾਂ ਨਹੀਂ ਇੰਨਾ, ਪਰ ਸਾਨੂੰ ਪਤਾ ਬਈ ਉਸ ਵੇਲੇ ਜਾਤ ਪਾਤ ਦਾ ਬੋਲ ਬਾਲਾ ਸੀ ਤੇ ਗੁਰੂਆਂ ਨੇ ਚਾਹੇ ਪੰਗਤ ਸ਼ੁਰੂ ਕੀਤੀ, ਚਾਹੇ ਸੰਗਤ ਸ਼ੁਰੂ ਕੀਤੀ, ਜਾਂ ਸਾਨੂੰ ਅੰਮ੍ਰਿਤ ਛਕਾਉਣ ਦੀ ਗੱਲ ਕਹੀ ਹੈ, ਜਾਤ ਤੋੜਨ ਨੂੰ ਹੀ ਕੀਤੀ ਸੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇੱਕ ਵੀ ਮਹਾਂਪੁਰਸ਼ ਮੈਨੂੰ ਇਹ ਦਿਖਾ ਲਓ, ਇੱਕ ਵੀ, ਜਿਨ ਇਸ ਜਾਤ ਨੂੰ ਤੋੜਨ ਦੀ ਗੱਲ ਕੀਤੀ ਹੋਵੇ, ਫਿਰ ਆਪਾਂ ਉਹ ਤੋਂ ਗੱਲ ਕਰ ਦੇਗਾ। ਦੇਖੋ ਜੀ, ਮੈਂ ਹੈਲੋ ਜੀ, ਹਾਂਜੀ, ਮੈਂ ਤਾਂ ਦੇਖੋ ਮੈਂ ਗੁਰਬਾਣੀ ਦੇ ਵਿੱਚ ਵਿਸ਼ਵਾਸ ਰੱਖਦਾ। ਮੈਂ ਗੁਰਬਾਣੀ ਦੀ ਗੱਲ, ਗੁਰਬਾਣੀ 'ਚ ਅਸੀਂ ਵੀ ਬਹੁਤ ਵਿਸ਼ਵਾਸ ਰੱਖਦੇ ਹਾਂ। ਨਹੀਂ ਮੇਰੀ ਗੱਲ ਨਹੀਂ ਜੀ, ਹੋਰ ਪਾਸੇ ਗੱਲ ਜਾ ਰਹੀ ਨਾ, ਵਿਸ਼ਾ ਹੋਰ ਆ, ਸਬਜੈਕਟ ਇੰਨਾ ਆ। ਤੁਸੀਂ ਇਹ ਕਿਹਾ ਬਈ ਜਿਹੜੇ ਸਾਡਾ ਕਸੂਰ ਆ, ਅਸੀਂ ਜਾਤ ਪਾਤ ਨੂੰ ਵਧਾ ਰਹੇ, ਗੱਲ ਸਹੀ ਹੈ, ਬਿਲਕੁਲ ਤੁਸੀਂ ਸਹੀ ਆ। ਮੈਂ ਇਹ ਕਹਿ ਰਿਹਾ ਵੀ ਸਿੱਖ ਇਤਿਹਾਸ ਦਾ ਇੱਕ ਵੀ ਬੰਦਾ ਜਾਂ ਇੱਕ ਵੀ ਵਿਅਕਤੀ, ਸਨਮਾਨਯੋਗ ਕੋਈ ਵੀ ਵਿਅਕਤੀ, ਇੱਕ ਵੀ ਕਹੋ ਜਿਹਨੇ ਇਹ ਕਿਹਾ ਗੁਰੂਆਂ ਤੋਂ ਬਾਅਦ ਵੀ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ ਤੇ ਜਾਤ ਪਾਤ ਨਹੀਂ ਹੋਵੇਗੀ, ਕਦੀ ਵੀ ਕੋਈ ਇੱਕ ਦਾ ਵੀ ਨਾਂ ਲੈ ਦਿਓ। ਮੇਰੀ ਜੇ ਮੈਨੂੰ ਕਹਿ ਲੈਣ ਤਾਂ ਮੈਂ ਸ਼ਾਇਦ ਜੀ ਕਰੋ ਜੀ। ਮੈਂ ਦੇਖੋ ਜਿਹਨੂੰ ਆਪਾਂ ਕਹਿ ਲੈਂਦੇ ਮਹਾਂਪੁਰਸ਼ 108 107 105 ਫਲਾਨਾ ਫਲਾਨੇ ਵਾਲਾ ਆਈ ਡੋਂਟ ਬਲੀਵ ਜੀ। ਮੈਂ ਸਿੱਧੀ ਜੀ ਗੱਲ ਕਹਿਣਾ, ਬਾਬੇ ਨਾਨਕ ਨੇ, ਮੈਂ ਜਿਹੜੀ ਗੁਰਬਾਣੀ ਦੀ ਗੱਲ ਕੀਤੀ ਸੀ, ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨ, ਪੀਰਾਂ ਪਕੰਬਰਾਂ ਦੀ, ਗੁਰੂਆਂ ਦੀ ਧਰਤੀ ਆ ਪੰਜਾਬ, ਜਿਹਦੇ ਵਿੱਚ ਅਸੀਂ ਸਾਰੇ ਜਿਹੜਾ ਕਿ ਵੀ ਸਾਡਾ ਕਸੂਰ, ਮੈਂ ਕਿਸੇ ਇੱਕ ਵਰਗ ਨੂੰ ਨਹੀਂ ਬਾਹਰ ਕੱਢਿਆ ਸੀਗਾ। ਔਰ ਸਾਡੇ ਵਿੱਚ ਅਸੀਂ ਖੁਦ ਦੇ ਵਿੱਚ, ਮੇਰਾ ਵੀਰ ਜੀ, ਕਈ ਦਫਾ ਲਾਲਚਾਂ 'ਚ ਫਸ ਜਾਂਦੇ ਆ। ਮੈਂ ਹੁਣ ਨਾ ਹੀ ਟੀਵੀ ਤੇ ਖੋਲਣਾ ਇਹ ਲਫ਼ਜ਼ ਪੇਤੀ, ਕਿਤੇ ਲੰਬੀ ਹੋ ਜਾਣੀ ਗੱਲ ਘਟੇ, ਪਰ ਅਸੀਂ ਇਹ ਤਾਂ ਕੋਸ਼ਿਸ਼ ਅਸੀਂ ਆਪਸ ਵਿੱਚ ਤਾਂ ਕਰੀਏ ਕਿ ਵੀ ਇਨਸਾਨੀ ਨਾਤੇ ਇਨਸਾਨਤਾ ਬਣੀਏ, ਮਾਨਸ ਕੀ ਜਾਤ ਸਭੀ ਨੂੰ ਅਸੀਂ ਰੱਖੀਏ, ਅਸੀਂ ਇੱਕ ਦੂਜੇ ਦੇ ਨਾਲ ਕਰੀਏ, ਅਸੀਂ ਨਫ਼ਰਤ ਛੱਡੀਏ।
ਇਸ ਚੀਜ਼ ਚੋਂ ਅਸੀਂ ਇੱਕ ਬਣੀਏ, ਅਸੀਂ ਇਨਸਾਨ ਆ ਤੇ ਇਨਸਾਨ ਬਣੀਏ। ਆਪੋ ਆਪਣੇ ਪਿੰਡਾਂ ਦੇ ਵਿੱਚ ਜਾਂ ਕਸਬਿਆਂ 'ਚ ਜਿੱਥੇ ਵੀ ਹੈਗੇ ਅਸੀਂ ਪਹਿਰਾ ਦਈਏ। ਮੈਂ ਆਪਣੇ ਪਿੰਡ ਜ਼ਰੂਰ ਪਹਿਰਾ ਦਿੰਦਾ। ਜੇਕਰ ਮੇਰੇ ਪਿੰਡ ਦਾ ਕੋਈ, ਮੇਰਾ ਪਿੰਡ ਢੇਡੀ ਆ ਜੀ, ਜੇਕਰ ਕੋਈ ਸੁਣਦਾ ਟੀਵੀ ਨੂੰ ਕਰਕੇ, ਮੈਨੂੰ ਆ ਭਗਵੰਤ ਸਿੰਘ ਹੁਣਾਂ ਤੋਂ ਮੇਰਾ ਫੋਨ ਨੰਬਰ ਲੈਣ, ਮੈਨੂੰ ਜ਼ਰੂਰ ਕੰਟੈਕਟ ਕਰੇ, ਇਹ ਤੁਹਾਨੂੰ ਦੇ ਦੇਣਗੇ। ਮੈਂ ਪਿੰਡ ਜਾਂਦਾ ਹਰੇਕ ਸਾਲ, ਐਤਕੀ ਨਹੀਂ ਗਿਆ। ਮੈਂ ਕੋਸ਼ਿਸ਼ ਕਰਦਾ ਇਹਦੇ ਉੱਤੇ ਅਸੀਂ ਰਲ ਕੇ ਸਾਰੇ ਇੱਕ ਇਨਸਾਨ ਪਿੰਡ ਦੇ ਵਿੱਚ ਰਹੀਏ ਤੇ ਇੱਕ ਦੂਜੇ ਦੇ ਅਸੀਂ ਕੰਮ ਆ ਸਕੀਏ। ਬਹੁਤ ਵਧੀਆ ਸੋਚ ਹੈ ਤੁਹਾਡੀ, ਅਸੀਂ ਸਲਾਮ ਕਰਦੇ ਇਹੋ ਜਿਹੀ ਸੋਚ ਨੂੰ। ਬਹੁਤ ਮਿਹਰਬਾਨੀ। ਕਿਸੇ ਵੇਲੇ ਤੁਹਾਨੂੰ ਇੱਥੇ ਲਾਈਵ ਲੈਣੇ ਸਰ ਜੀ, ਭਗਵੰਤ ਜੀ ਉਹਨਾਂ ਕੋਲ, ਜੇ ਤੁਹਾਡਾ ਨੰਬਰ ਆਪਾਂ ਇੱਥੇ ਬੈਠ ਕੇ ਗੱਲ ਉਸੇ ਵਿਸ਼ੇ ਤੇ ਕਰਦੇ ਹਾਂ। ਥੈਂਕ ਯੂ ਸਰ। ਹਾਂਜੀ, ਮੈਂ ਇੱਕੋ ਗੱਲ ਕਰਨੀ ਚਾਹਾਂਗਾ ਵੀ ਆਪਣੇ ਬਹੁਤ ਵਧੀਆ ਵਿਚਾਰ ਦਿੱਤੇ ਹਨ ਗੁਰਦਿਆਲ ਜੀ ਤੁਸੀਂ। ਤੇ ਜਿਹੜੀ ਮੇਨ ਚੀਜ਼ ਹੈਗੀ ਕਿ ਜਿਹੜਾ ਅੱਜ ਘੋਲ ਚੱਲਦਾ ਵਾ ਕਿਸਾਨੀ ਦਾ, ਉਹਦੇ ਵਿੱਚ ਮੇਰੇ ਦਲਿਤ ਵੀਰਾਂ ਨੇ, ਜੋ ਕਿ ਹੁਣ ਅੱਜ ਤੋਂ 3 ਮਹੀਨੇ ਪਹਿਲਾਂ ਹੀ ਜੋ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਸਪੀਕਰਾਂ ਦਾ ਅਨਾਉਂਸਮੈਂਟ ਕੀਤੀ ਗਈ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨਾ, ਇਹਨਾਂ ਨੂੰ ਮਿਲਣਾ ਨਹੀਂ, ਬੈਠਣਾ ਨਹੀਂ, ਉਹਨਾਂ ਨੇ, ਮੇਰੇ ਵੀਰਾਂ ਨੇ ਸਭ ਕੁਝ ਭੁਲਾ ਕੇ ਅੱਜ ਉਹ ਕਿਸਾਨੀ ਘੋਲ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਅਤੇ ਜਿਸ ਤਰ੍ਹਾਂ ਤੁਹਾਡੇ ਵੀਰ ਤੁਸੀਂ ਹੋ ਜਾਂ ਆਪਾਂ ਜਿਹੜੇ ਸਾਰੇ ਲੋਕ ਹੈ, ਅਸੀਂ ਉਹਨਾਂ ਵੀਰਾਂ ਤੱਕ ਜਿਹੜੀ ਉਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਆ, ਇਹਨੂੰ ਅਸੀਂ ਘੋਲ ਜਿੱਤਣ ਤੋਂ ਬਾਅਦ ਵੀ ਇਹਨੂੰ ਸਲਾਮਤ ਰੱਖੀਏ। ਮੈਂ ਇੱਕ ਐਡ ਕਰਦਾ ਤੁਹਾਡੇ ਨਾਲ ਗੱਲ, ਜਦੋਂ ਪਿੱਛੇ ਲੇਬਰ ਦੀ ਘਾਟ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਜੀ ਕਰੋਨਾ ਵਾਇਰਸ, ਝੋਨਾ ਲਾਉਣ ਦੀ ਗੱਲ ਸੀਗੀ, ਚਾਹੇ ਉਹ ਵੱਢਣ ਦੀ ਗੱਲ ਸੀਗੀ, ਚਾਹੇ ਉਹ ਤੂੜੀ ਸਾਂਭਣ ਦੀ ਗੱਲ ਸੀਗੀ, ਪਿੰਡਾਂ ਦੇ ਵਿੱਚੋਂ ਤਾਂ ਦੇਖੋ ਅਨਾਉਂਸਮੈਂਟਾਂ ਕਰਵਾਈਆਂ ਗਈਆਂ, ਉਹ ਸਾਡੇ ਭਾਈਚਾਰੇ ਨੇ ਕਰਵਾਈਆਂ। ਕਿਉਂ ਕਰਵਾਈਆਂ? ਕਿ ਜੇਕਰ ਸਾਡੇ ਪਿੰਡ ਦੇ ਵਿੱਚੋਂ ਬਾਹਰ ਜਾ ਕੇ ਕੋਈ ਮਜ਼ਦੂਰੀ ਕਰੂਗਾ ਤਾਂ ਉਹਨੂੰ ਜਿਹੜਾ ਹੈ ਦੰਡ ਲਾਇਆ ਜਾਊਗਾ। ਦੰਡ ਮਤਲਬ ਉਹਨੂੰ ਬਾਈਕਾਟ ਕੀਤਾ ਜਾਊਗਾ ਪਿੰਡ ਦੇ ਵਿੱਚੋਂ। ਜਾਣੀ ਇੱਥੋਂ ਤੱਕ ਦੀਆਂ ਅਨਾਉਂਸਮੈਂਟਾਂ ਗੁਰੂ ਘਰਾਂ ਦੇ ਵਿੱਚ ਹੋਈਆਂ। ਜਾਂ ਤਾਂ ਉਹਨਾਂ ਨੂੰ ਸਾਡੇ ਪਿੰਡ ਦਾ ਪਹਿਲਾਂ ਕੰਮ ਕਰਨਾ ਪਊਗਾ, ਬਾਹਰ ਜਾ ਕੇ ਜੇਕਰ ਕਰਦੇ ਆ ਤਾਂ ਉਹਨਾਂ ਦੇ ਨਾਲ ਸਾਡੀ ਕੋਈ ਭਾਈਚਾਰਕ ਸਾਂਝ ਨਹੀਂ ਹੋਊਗੀ। ਜਾਣੀ ਅਨਾਉਂਸਮੈਂਟਾਂ ਇੱਥੋਂ ਤੱਕ ਕਰਵਾਈਆਂ। ਹੁਣ ਦੂਸਰੇ ਪਾਸੇ ਆਪਾਂ ਜੇ ਗੱਲ ਕਰੀਏ, ਅਸੀਂ ਤਾਂ ਆਪਣਾ ਮੁਲਕ ਛੱਡ ਕੇ ਰੋਟੀ ਦੀ ਭਾਲ ਦੇ ਵਿੱਚ ਇੰਗਲੈਂਡ, ਅਮਰੀਕਾ, ਕੈਨੇਡਾ ਤੱਕ ਆਏ ਆ। ਫਿਰ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਹੈਗਾ ਕਿ ਭਾਈ ਤੁਸੀਂ ਨਹੀਂ ਉੱਥੇ ਜਾਣਾ, ਹੈ ਨਾ। ਦੇਖੋ ਵੀ ਤੁਸੀਂ ਉੱਥੇ ਜਾ ਨਹੀਂ ਸਕਦੇ, ਤੁਸੀਂ ਆਪਣੇ ਪਿੰਡ 'ਚ ਹੀ ਰਹਿ ਕੇ ਕਮਾਓ, ਜੋ ਕੁਝ ਖਾਣਾ ਉੱਥੇ ਹੀ ਖਾਓ। ਜਾਂ ਇੱਕੋ ਫਾਊਂਡਰੀ 'ਚ ਕੰਮ ਕਰਨਾ, ਇੱਕੋ ਫਾਊਂਡਰੀ 'ਚ ਕੰਮ ਕਰਨਾ, ਦੂਸਰੀ 'ਚ ਨਹੀਂ ਜਾ ਸਕਦੇ, ਹੈ ਨਾ। ਸੋ ਇਹ ਦੇਖੋ, ਇਹ ਸਾਰੇ ਉਹ ਲੋਕ ਨਹੀਂ ਹੈਗੇ ਜਿਹੜੇ ਕਿ ਭਾਈਚਾਰਕ ਸਾਂਝਾਂ ਨੂੰ ਖਤਮ ਕਰਨਾ ਚਾਹੁੰਦੇ ਆ। ਸਾਰੇ ਨਹੀਂ ਹੈ, ਪਰ ਕੁਝ ਲੋਕ ਆ। ਜਦੋਂ ਕੋਈ ਬੰਦਾ ਗਲਤੀ ਕਰਦਾ ਚਾਹੇ ਉਹ ਕਿਸੇ ਵੀ ਧਰਮ, ਜਾਤ ਪਾਤ, ਕਿਸੇ ਦੇ ਨਾਲ ਵੀ ਉਹ ਰਿਲੇਟਡ ਹੋਵੇ, ਹੈ ਨਾ। ਜਦ ਕਿ ਅਸੀਂ ਤਾਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ, ਪਰ ਜੇਕਰ ਉਹ ਰਿਲੇਟਡ ਆ ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਪਿੰਡ ਦੇ ਵਿੱਚ। ਪੰਚਾਂ, ਸਰਪੰਚਾਂ, ਆਪਾਂ ਪੰਚਾਇਤਾਂ ਕਾਹਦੇ ਲਈ ਚੁਣਦੇ ਆ, ਠੀਕ ਹੈ। ਹੋਰ ਲੰਬੜਦਾਰ ਵੀ ਹੈਗੇ ਆ ਪਿੰਡਾਂ ਦੇ ਵਿੱਚ, ਹੋਰ ਸੂਝਵਾਨ ਲੋਕ ਵੀ ਹੈਗੇ ਆ, ਸਿੱਖ ਭਾਈਚਾਰੇ ਦੇ ਵਿੱਚੋਂ ਵੀ ਆ, ਸਾਰੇ ਭਾਈਚਾਰਕ ਦੇ ਵਿੱਚੋਂ ਆ। ਸੋ ਉਹਨਾਂ ਨੂੰ ਬੈਠ ਕੇ ਗੱਲ ਸਮਝਾਉਣੀ ਚਾਹੀਦੀ ਆ ਵੀ ਭਾਈ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ, ਇਹ ਸਾਡੇ ਭਾਈ ਭਰਾ ਆ, ਇਹ ਮਿਹਨਤ ਮਜ਼ਦੂਰੀ ਕਰਦੇ ਆ। ਇਹ ਗੱਲ ਆ ਨਹੀਂ ਹੈਗੀ ਕਿ ਅੱਜ ਇਹ ਕਿਤੇ ਹੋਰ ਜਾ ਕੇ ਕੰਮ ਨਹੀਂ ਕਰ ਸਕਦੇ। ਸੋ ਇਹ ਕੰਮ ਕੋਈ ਕਿਤੇ ਵੀ ਕਰ ਸਕਦਾ। ਸੋ ਇਹ ਮੇਰੇ ਖਿਆਲ ਨਾਲ ਇਹ ਉਦੋਂ ਰੌਂਗ ਸੀਗੀ ਗੱਲ, ਪਰ ਉਹਨਾਂ ਨੇ ਆਪਣੇ ਜਿਹੜੇ ਗੁੱਸੇ ਗਿਲੇ ਭੁਲਾ ਕੇ ਅੱਜ ਫੇਰ ਉਹ ਕਿਸਾਨੀ ਦੇ ਨਾਲ ਦੇਖੋ ਖੜੇ ਆ। ਇਹ ਸਭ ਤੋਂ ਵੱਡੀ ਗੱਲ ਹੈ ਜੀ। ਜੈ ਗੁਰਦੇਵ, ਜੈ ਭੀਮ ਜੀ। ਜੈ ਭੀਮ ਜੀ, ਜੈ ਗੁਰਦੇਵ। ਹਾਂਜੀ, ਕੌਣ ਸਾਹਿਬ ਬੋਲਦੇ ਜੀ? ਕੁੰਦਰ ਜੰਮੜ ਬੋਲ ਰਿਹਾ ਮੁੜ ਕੇ। ਹਾਂਜੀ ਝੰਮੜ ਜੀ। ਹਾਂਜੀ, ਇਹ ਟੌਪਿਕ ਰੱਖਿਆ ਤੁਸੀਂ ਬਹੁਤ ਵਧੀਆ ਜੀ। ਔਰ ਸਵਾਲ ਇਹ ਹੈ ਵੀ ਅਸੀਂ ਮਨੂ ਸਿਮਰਤੀ ਨੂੰ ਕਿਉਂ ਜਲਾਉਂਦੇ ਹੈਗੇ ਆ ਜੀ, ਔਰ ਇਸ ਕੀ ਲੋੜ ਹੈਗੀ ਹੈ ਜੀ? ਕਿਉਂਕਿ ਬਾਬਾ ਸਾਹਿਬ ਨੇ ਚਲਾਈ ਅੱਗ ਲਗਾਈ ਸੀ, ਇਸ ਨੂੰ ਕੋਈ ਕਾਰਨ ਸੀਗਾ ਜੀ? ਕਿਉਂਕਿ ਭਾਈ ਸਾਹਿਬ ਤੁਸੀਂ ਦੱਸ ਹੀ ਹਟੇ ਹੈਗੇ ਵੀ ਇਸ ਦੇ ਵਿੱਚ ਕਿੰਨਾ ਗੰਦਾ ਕਾਨੂੰਨ ਇਹਨਾਂ ਨੇ ਬਣਾਇਆ ਹੈਗਾ ਮਨੂਵਾਦੀਆਂ ਨੇ ਜੀ, ਔਰ ਉਸ ਨੂੰ ਹੁਣ ਇਸ ਵੇਲੇ ਲਾਗੂ ਹੋ ਰਿਹਾ ਹੈਗਾ। ਨਹੀਂ ਲਾਗੂ, ਸੰਵਿਧਾਨ ਨੂੰ ਇਹਨਾਂ ਨੇ ਅੱਗ ਲਾਈ ਸੀਗੀ ਬਾਰ-ਬਾਰ, ਹੋਰਾਂ ਨੇ ਵੀ ਲਗਾਈ ਹੈਗੀ ਹੈ। ਕਿਉਂਕਿ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਸਾਰੇ ਸਾਡੇ ਖੋਈ ਜਾ ਰਹੇ, ਵਾਪਸ ਜਿੱਦਾਂ ਪਹਿਲਾਂ ਹੁੰਦੇ ਸੀਗੇ ਨਾ। ਸੋ ਤਾਂ ਕਰਕੇ ਮੇਰਾ ਮੰਨਣਾ ਇਹ ਹੈ ਵੀ ਸਾਨੂੰ ਇਹ ਬੜੇ ਲੈਵਲ ਤੇ ਇਸ ਨੂੰ ਜਲਾਇਆ ਜਾਣਾ ਚਾਹੀਦਾ ਮਨੁ ਸਿਮਰਤੀ ਨੂੰ। ਔਰ ਇਹ ਕੋਈ ਤਿਉਹਾਰ ਨਹੀਂਗਾ ਵੀ ਜਿਹੜਾ ਹਰੇਕ ਸਾਲ ਇੱਕ ਵਾਰੀ ਬਣਾਇਆ ਜਾਵੇ। ਇਹ ਤਾਂ ਜਿੰਨੇ ਵੀ ਜੀ ਬੜੇ ਭਾਈ, ਤੁਹਾਡਾ ਮਤਲਬ ਇਹ ਰੋਜ਼ ਜਲਾਇਆ ਜਾਵੇ? ਦੇਖੋ ਜਦੋਂ ਵੀ ਇਹਨਾਂ ਦਾ ਕੋਈ ਇਹ ਤਿਉਹਾਰ ਹੁੰਦਾ ਹੈਗਾ ਆ। ਨਹੀਂ, ਤੁਸੀਂ ਮੈਨੂੰ ਇੱਕ ਮਿੰਟ, ਤੁਹਾਡੀ ਗੱਲ ਤਾਂ ਮੈਂ ਕਰਨਾ। ਤੁਸੀਂ ਕਹਿੰਦੇ ਵੀ ਇਹ ਤਿਉਹਾਰ ਨਹੀਂ ਹੈਗਾ ਵੀ ਜਿਹੜਾ ਸਾਲ ਬਾਅਦ ਮਨਾਇਆ ਜਾਵੇ, ਫਿਰ ਇਹਦਾ ਮਤਲਬ ਇਹ ਰੋਜ਼ ਜਾਲੀ ਜਾਏ? ਨਹੀਂ, ਮੇਰਾ ਮੰਨਣਾ ਇਹ ਆ ਵੀ ਜਦੋਂ ਇਹਨਾਂ ਦਾ ਕੋਈ ਤਿਉਹਾਰ ਆਉਂਦੇ ਹੈਗੇ, ਜਿੱਦਾਂ ਦੀਵਾਲੀ ਹੋਈ, ਦੁਸ਼ਹਿਰਾ ਹੋਇਆ, ਠੀਕ ਹੈ, ਔਰ
ਜਦੋਂ ਔਰਤਾਂ ਨੂੰ ਅੱਗ ਲਾਉਂਦੇ ਸੀ, ਜਦੋਂ ਉਹਨਾਂ ਦੇ ਪਤੀ ਮਰ ਜਾਂਦੇ ਸੀਗੇ, ਇਹਨਾਂ ਦੇ ਸਾਲ ਵਿੱਚ ਕਮ ਸੇ ਕਮ 8-10 ਤਿਉਹਾਰ ਹੋਣੇ ਹੈਗੇ ਆ। ਔਰ ਉਹਨਾਂ ਦਿਨਾਂ 'ਚ ਸਾਨੂੰ ਦਿਖਾਉਣਾ ਚਾਹੀਦਾ ਵੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਹ ਬਹੁਤ ਪਖੰਡਬਾਜ਼, ਨਕਲੀ ਇਹ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਮਨੂਵਾਦੀਆਂ ਨੇ, ਇਹ ਬਿਲਕੁਲ ਗਲਤ ਆ, ਅਗੇਂਸਟ ਹਿਊਮਨ ਰਾਈਟਸ। ਨਹੀਂ, ਇਹਨਾਂ ਦੇ ਕਿਹਨਾਂ ਦੇ ਮਤਲਬ ਜਿਹੜੇ ਮਨੂਵਾਦੀ ਜਿਨ੍ਹਾਂ ਨੇ ਲਿਖਿਆ ਹੈਗਾ, ਜਿਹੜੀ ਦੀਵਾਲੀ ਆ ਜਾਂ ਦੁਸਹਿਰਾ ਆ, ਉਹ ਤਾਂ ਆਪਣਾ ਸਮਾਜ ਹੀ ਬਣਾਉਂਦਾ। ਆਪਣਾ ਸਮਾਜ ਨੂੰ ਪਤਾ ਨਹੀਂ ਨਾ, ਇਹਨਾਂ ਨੂੰ ਐਜੂਕੇਸ਼ਨ ਦੀ ਲੋੜ ਹੈਗੀ ਆ। ਇਹ ਦੇਖਣ ਬਈ ਸਾਨੂੰ ਇੰਡੀਆ ਦੇ ਵਿੱਚ ਮਹੀਨੇ ਵਿੱਚ 1 ਵਾਰੀ ਤਨਖਾਹ ਮਿਲਦੀ ਆ, ਔਰ ਅਗਰ ਇਹਨਾਂ ਦੇ 10 ਤਿਉਹਾਰ ਵੀ ਹੋਣ ਨਾ ਸਾਲ ਦੇ ਵਿੱਚ, 10 ਮਹੀਨਿਆਂ ਦੀ ਕਮਾਈ ਤਾਂ ਇੱਥੇ ਲੱਗ ਜਾਂਦੀ ਇਹਨਾਂ ਦੇ। ਔਰ ਆਪਣੇ ਲੋਕਾਂ ਨੂੰ ਪਤਾ ਨਹੀਂਗਾ, ਇਗਨੋਰੈਂਟ ਆ, ਕਿਉਂਕਿ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਇਹ ਕਿਉਂ ਮਨਾ ਰਹੇ ਹੈਗੇ ਆ। ਦੀਵਾਲੀ ਜਿਹੜੀ ਮਨਾਉਂਦੇ ਹੈਗੇ ਆ, ਤੁਹਾਨੂੰ ਪਤਾ ਕਿਉਂ ਮਨਾ ਰਹੇ ਹੈਗੇ ਆ। ਉਹ ਸਭ ਅੱਜ ਤੱਕ ਰਾਮ ਦਾ ਪਤਾ ਨਹੀਂ ਵੀ ਕਦੋਂ ਜਨਮ ਲਿਆ ਸੀ ਉਹਨੇ, ਤੇ ਉਹਦੀ ਦੀਵਾਲੀ ਮਨਾ ਰਹੇ ਹੈਗੇ ਆ। ਹਾਲਾਂਕਿ ਉਹ ਅਸ਼ੋਕਾ ਜਦੋਂ ਜਿੱਤ ਕੇ ਆਇਆ ਸੀਗਾ ਜੰਗ, ਹਾਂਜੀ, ਉਹਦੇ ਆਉਣ ਵਿੱਚ ਉਹਦੇ ਪਿਤਾ ਨੇ ਸਾਰਾ ਉੱਥੇ ਦੀਵਾਲੀ ਦਾ ਉਸ ਵੇਲੇ ਸਫਾਈ ਕਰਾਈ ਸੀਗੀ, ਤੇ ਉਸ ਵੇਲੇ ਉਹਨੇ ਪਟਾਕੇ ਵਜਾਏ ਸੀਗੇ ਵਾਪਿਸ ਵੈਲਕਮ ਕਰਨੇ ਦਾ। ਔਰ 10 ਦਿਨਾਂ ਬਾਅਦ ਜਿਹੜਾ ਦੁਸਹਿਰਾ ਇਹ ਜਦੋਂ ਮਨਾਉਂਦੇ ਆ ਨਾ, ਉਹ 10 ਦੁਸਹਿਰਾ ਹੁੰਦਾ, 10 ਦਿਨਾਂ ਬਾਅਦ ਜਦੋਂ ਅਸ਼ੋਕਾ ਵਾਪਿਸ ਆਉਂਦਾ, ਉਹ ਲਾਗੇ ਰੁਕ ਜਾਂਦਾ ਆਪਣੇ ਰਾਜ ਦੇ ਵਿੱਚ, ਤੇ ਦੱਸਿਆ ਵੀ ਮੈਂ ਆ ਗਿਆ ਜੰਗ ਜਿੱਤ ਕੇ। ਔਰ ਇਹਨਾਂ ਨੇ ਉਸਦਾ ਉਲਟਾ ਬਣਾ ਦਿੱਤਾ, ਕਿਉਂਕਿ ਇਹ ਸਭ ਜਿੰਨਾ ਮਨੂਵਾਦ ਸਭ ਬਕਵਾਸ ਹੈਗਾ, ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹੈਗੇ। ਚੰਮੜ ਜੀ, ਹਾਂਜੀ ਚੰਮੜ ਜੀ, ਜੇ ਅਸੀਂ ਉਹਨਾਂ ਦੇ ਤਿਉਹਾਰ ਜਿਹੜੇ ਸੋ ਕਾਲਡ ਲੋਕ ਮਨਾਉਂਦੇ ਨੇ, ਹਾਂਜੀ, ਅਸੀਂ ਉਹਨਾਂ ਦੇ ਤਿਉਹਾਰ ਤੇ ਜਾ ਕੇ ਮਨੂ ਸਮ੍ਰਿਤੀ ਲੂਵਾਂਗੇ ਤਾਂ ਫਸਾਦ ਨਹੀਂ ਹੋਏਗਾ। ਬਾਬਾ ਸਾਹਿਬ ਨੇ ਤਾਂ ਕਿਸੇ ਦੇ ਅੱਜ ਤੱਕ ਚਪੇੜ ਨਹੀਂ ਵੱਜਣ ਦਿੱਤੀ, ਉਹ ਸਾਰੇ ਅਧਿਕਾਰ ਲੈ ਕੇ ਦੇ ਦਿੱਤੇ ਤੁਹਾਨੂੰ। ਦੇਖੋ, ਬਾਬਾ ਸਾਹਿਬ ਨੇ ਉਹਨੇ ਜਿਹੜਾ ਕੰਮ ਕੀਤਾ ਸਹੀ ਕੀਤਾ। ਨਹੀਂ ਮੈਂ ਹੋਰ ਗੱਲ ਕਰ ਰਿਹਾ। ਸਾਡਾ ਫਰਜ਼ ਬਣਦਾ, ਬਾਬਾ ਸਾਹਿਬ ਕਹਿੰਦੇ ਸੀ ਵੀ ਅਗਰ ਮੇਰਾ ਮਿਸ਼ਨ ਅੱਗੇ ਨਹੀਂ ਲੈ ਜਾ ਸਕਦੇ ਤੁਸੀਂ ਰਹਿਣ ਦਿਓ ਖੜਾ। ਚੰਮੜ ਜੀ, ਸਵਾਲ ਸਮਝੋ, ਅਸੀਂ ਇਹਨੂੰ ਬਾਈਂਡ ਅਪ ਕਰਨਾ, ਗੱਲਾਂ ਹੋਰ ਆ ਬਹੁਤ ਕਰਨ ਵਾਲੀਆਂ। ਮੈਂ ਕਹਿ ਰਿਹਾ ਕਿ ਮਨੂ ਸਮ੍ਰਿਤੀ ਜੇ ਅਸੀਂ ਉਹਦਾ ਕਿਸੇ ਦੇ ਦਰ ਤੇ ਜਾ ਕੇ ਬਾਰ-ਬਾਰ ਉਹਨਾਂ ਦੇ ਤਿਉਹਾਰਾਂ ਤੇ ਲੂਵਾਂਗੇ, ਉਹ ਸਾਨੂੰ ਮਾਰਨ ਕੁੱਟਣਗੇ ਨਹੀਂ? ਮਾਰਨ ਕੁੱਟਣ ਦਾ ਹੁੰਦਾ ਵੀ ਸਾਨੂੰ ਮਾਰਨ ਕੁੱਟਣ ਲੱਗੇ ਆ, ਹੁਣ ਸਾਡੇ ਸਾਰੇ ਹੱਕ ਖੋਲੇ। ਉਹਦੇ ਨਾਲ ਉਹ ਸਿਆਣਪ ਦਾ ਇਹ ਨਹੀਂ ਹੈਗਾ ਵੀ ਜਿਹੜਾ ਦਿਨ ਆ ਬਾਬਾ ਸਾਹਿਬ ਨੇ 25 ਦਸੰਬਰ ਦਾ 1927 ਦੇ ਵੇਲੇ ਜਿਹੜੀ ਗੱਲ ਕੀਤੀ, ਅਸੀਂ 25 ਦਸੰਬਰ ਨੂੰ ਕਿਤੇ ਇੱਕ ਪਾਸੇ ਇਕੱਠੇ ਹੋ ਕੇ ਆਪਣੇ ਲੋਕਾਂ ਨੂੰ ਸਮਝਾਈਏ, ਭਾਈ ਵੀ ਆਹ ਦੇਖੋ ਲੂਈ ਸੀ, ਇਹ ਆਹ ਕਾਰਨ ਸੀ, ਇਹਦੇ ਕਾਰਨ ਰਹੇ, ਆਪਾਂ ਇਦਾਂ ਨਾ ਕਰ ਲਈਏ, ਇਦਾਂ ਵਧੀਆ ਨਹੀਂ ਹੈ ਭਾਜੀ। ਦੇਖੋ, ਜਿਹੜਾ ਤਿਉਹਾਰ ਮਨਾਉਣਾ ਉਹ ਹੁੰਦਾ ਖੁਸ਼ੀ ਦਾ ਦਿਨ। ਹਾਂਜੀ, ਤਿਉਹਾਰ ਮਨਾਉਂਦੇ ਆ, ਖੁਸ਼ੀ ਦਾ ਦਿਨ ਹੁੰਦਾ, ਤੇ ਤੁਸੀਂ ਇਹਨੂੰ ਦੁੱਖ ਦਾ ਦਿਨ ਸਮਝਦੇ ਆ ਜੇ ਬਾਬਾ ਸਾਹਿਬ ਨੇ ਲੂਈ ਆ। ਬਿਲਕੁਲ ਮਨੂਵਾਦ ਸਾਡੇ ਵਿਰੋਧ ਹੈਗਾ, ਬਿਲਕੁਲ ਸਾਨੂੰ ਗੁਲਾਮੀ ਵਿੱਚ ਵਾਪਸ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਅਸੀਂ ਹੋਰ ਵੀ ਕਾਲ ਲੈਣੀ ਜੀ। ਥੈਂਕ ਯੂ ਚੰਮੜ ਜੀ। ਬਹੁਤ ਇੱਕੋ ਗੱਲ ਚਾਹੁੰਦਾ ਵੀ ਸਾਡਾ ਜਿਹੜਾ ਗਰੀਬ ਲੋਕਾਂ ਦਾ ਸਮਾਜ ਹੈ, ਦਲਿਤ ਲੋਕਾਂ ਦਾ ਸਮਾਜ ਹੈ, ਦਬਲੇ ਕੁਝ ਲੋਕਾਂ ਦਾ, ਉਹਨਾਂ ਦੇ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਇਹ ਪਤਾ ਕਿ ਇੱਕ ਮਨੂ ਸਮ੍ਰਿਤੀ ਨਾਂ ਦੀ ਕਿਤਾਬ ਹੈ, ਤੇ ਜਾਂ ਉਹਨਾਂ ਦੇ ਵਿੱਚੋਂ ਜੇ ਸਾਡੇ ਬੜਾ ਜਿਹੜਾ ਇੰਟੈਲੈਕਚੁਅਲ ਸਾਡਾ ਹੈਗਾ ਵਰਗ ਹੈ, ਉਹਦੇ ਵਿੱਚੋਂ ਕਿੰਨਿਆਂ ਕੁ ਨੂੰ ਇਹ ਪਤਾ ਕਿ ਜਿਹੜੇ ਇਹ ਮਿਥਿਆਲੋਜੀ, ਬ੍ਰਹਮਾ ਦੀ ਮਿਥਿਆਲੋਜੀ, ਉਹਦੀ ਜਿਹੜੀ ਮਨਘੜੰਤ ਕਿਤਾਬ, ਉਹਦੀ ਆਪਣੇ ਸ੍ਰਿਸ਼ਟੀ ਨੂੰ ਬਣਾਉਣ ਦਾ ਜਿਹੜਾ ਮਨਘੜੰਤ ਸਿਧਾਂਤ ਹੈਗਾ, ਵਿਚਾਰ ਵਰਣ ਬਣਾਏ ਨੇ, ਔਰ ਉਹਨਾਂ 4 ਵਰਨਾਂ ਨੂੰ ਬਿਰਤਾਂਤ ਕੀਤਾ ਗਿਆ ਇਹ ਕਿਤਾਬ ਦੇ ਵਿੱਚ। ਕਿੰਨੇ ਕੁ ਸਾਡੇ ਲੋਕਾਂ ਨੂੰ ਪਤਾ? ਸਾਨੂੰ ਇਹ ਦੱਸਣਾ ਪਊਗਾ। ਗੱਲ ਹੈ ਨਾ, ਦੇਖੋ ਪਿਆਰੇ, ਸਾਨੂੰ ਪਤਾ ਹੀ ਨਹੀਂ ਹੈਗਾ। ਇੱਥੋਂ ਕਾਂਸ਼ੀ ਟੀਵੀ ਤੋਂ ਇਹ ਕਹਿਣਾ ਚਾਹਾਂਗਾ, ਅਸੀਂ ਜੋ 2 ਮਹਿਮਾਨ ਆ, ਮੈਂ ਪ੍ਰੈਜ਼ੈਂਟਰ ਹਾਂ ਵਿੱਚ, ਸਾਡੀ ਕੁਝ ਜ਼ਿੰਮੇਵਾਰੀ ਹੈ ਸਮਾਜ 'ਚ, ਜਿਸ ਸਮਾਜ 'ਚ ਅਸੀਂ ਰਹਿ ਰਹੇ ਇੰਗਲੈਂਡ 'ਚ। ਅਸੀਂ ਕਦੀ ਨਹੀਂ ਤੁਹਾਨੂੰ ਕਹਾਂਗੇ ਵੀ ਜੇ ਕੋਈ ਕਿਤੇ ਦੀਵਾਲੀ ਮਨਾਉਂਦਾ, ਦੁਸਹਿਰਾ ਮਨਾਉਂਦਾ, ਤੁਸੀਂ ਜਾ ਕੇ ਉੱਥੇ ਮਨੂ ਸਮ੍ਰਿਤੀ ਲੂਵੋ, ਕਿਉਂਕਿ ਇਹ ਵਾਇਲੈਂਸ ਦਾ ਇੱਕ ਹਿੱਸਾ ਪੈਦਾ ਹੋਊਗਾ, ਵਾਇਲੈਂਸ ਦਾ ਇੱਕ ਹਿੱਸਾ ਹੋਏਗੀ। ਅਸੀਂ ਕਦੀ ਨਹੀਂ ਕਹਾਂਗੇ, ਕੋਈ ਦਰਸ਼ਕ ਆ ਕੇ ਫੋਨ ਕਰਦਾ, ਇਹ ਉਹਦੀ ਮਰਜ਼ੀ ਆ, ਅਸੀਂ ਇਹ ਕਹਾਂਗੇ ਸਾਡੇ ਲਈ ਇੱਕ ਬਾਬਾ ਸਾਹਿਬ ਦਾ ਇਹ ਦਿਨ ਆ ਜਿਹੜਾ ਸਾਨੂੰ ਕੁਝ ਯਾਦ ਕਰਾਇਆ, ਤਾਂ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਈਏ। ਇਹ ਦੇਖੋ, ਉਹਨਾਂ ਨੇ ਆਪਣੇ ਦੁੱਖ ਨੂੰ ਪ੍ਰਗਟਾ ਕੀਤਾ, ਉਹਦਾ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਆਹ ਸਾਡੇ ਲਈ ਸਮਾਜ ਦੇ ਵਿੱਚ ਆਹ ਸਾਡੀ ਕੁਰੀਤੀਆਂ ਆ, ਇਹ ਕੁਰੀਤੀ ਆ। ਇਸ ਦੁੱਖ ਨੂੰ ਅਸੀਂ ਦੱਸਿਆ ਬਾਬਾ ਸਾਹਿਬ ਨੇ, ਐਡਾ ਵੱਡਾ ਬੰਦੇ ਦੇ ਅਸੀਂ ਤਾਂ ਲੂ ਹੀ ਨਹੀਂ ਸਕਦੇ, ਸਾਨੂੰ ਕੀ ਪਤਾ ਉਹਦੇ ਵਿੱਚ ਜਵਾਬ ਦੇਣਾ ਕਿੱਥੋਂ ਔਖਾ ਹੋ ਜੋ। ਹਾਂ, ਅਸੀਂ ਇਹ ਗੱਲ ਕਹਿ ਸਕਦੇ ਵੀ ਬਾਬਾ ਸਾਹਿਬ ਨੇ ਇਹ ਲੂਈ ਹੋਏਗੀ ਕਿਸੇ ਕਾਰਨ, ਉਹ ਕਾਰਨ ਸਾਨੂੰ ਆਹ ਲੱਗਦੇ, ਅਸੀਂ ਡਿਸਕਸ ਕਰ ਸਕਦੇ, ਇੱਥੇ ਸਰਕਾਰ ਵੀ ਕੁਝ ਨਹੀਂ ਕਹੇਗੀ ਤੇ ਦੂਸਰਾ ਵਿਅਕਤੀ ਵੀ ਸਾਨੂੰ ਨਹੀਂ ਕਹਿ ਸਕਦਾ। ਦੇਖੋ, ਉਹਨਾਂ ਦੀਆਂ ਤਾਂ ਪ੍ਰਾਪਤੀਆਂ ਸੀ ਨਾ, ਡਾਕਟਰ ਅੰਬੇਡਕਰ ਦੀਆਂ ਲਗਭਗ 1 ਲੱਖ ਦੇ ਕਰੀਬ ਸ਼ਲੋਕ ਹੈ,
ਜਿਹਦਾ ਉਹਨਾਂ ਨੇ ਸਾਡੀ ਜਾਤਾਂ ਪਾਤਾਂ ਦਾ ਕਿਸ ਤਰ੍ਹਾਂ ਮਨੁੱਖ ਨੂੰ ਦਬ ਕੇ ਰੱਖਿਆ ਹੁੰਦਾ ਉਹਦੇ ਬਾਰੇ ਹੈ। ਜੈ ਗੁਰਦੇਵ ਜੈ ਭੀਮ ਜੀ। हेलो नमस्कार भाई साहब। ਨਮਸਕਾਰ ਜੀ। हेलो ਹਾਂਜੀ ਹਾਂਜੀ नमस्कार मैं नमस्कार बोल रहा ਜੀ। बड़ा सीरियस थोड़ा टॉपिक हैगा ते खैर एनीवे देखो मैं यूपी दे विच इस वेले कट्टर किस्म दी हिंदू समाज दी गवर्नमेंट है। बिल्कुल जी। मैं ਉਹਨੂੰ ਇੱਕ ਗੁੰਡਾ ਸਮਝਦਾ ਜਿਹੜਾ ਇਸ ਵੇਲੇ ਧਾਰਮਿਕ ਗੁੰਡਾ ਮੇਰੇ ਲਈ ਉਹ ਆਦਮੀ ਆ। ਪਰ ਮੈਂ ਉੱਥੇ ਵੀ ਇਹ ਦੇਖਿਆ ਨਿਊਜ਼ ਦੇ ਵਿੱਚ ਕਿ ਤੁਸੀਂ ਗੱਡੀ ਦੇ ਪਿੱਛੇ ਆਪਣੀ ਜਾਤ ਨਹੀਂ ਲਿਖ ਸਕਦੇ। ਜਦੋਂ ਪੁਲਿਸ ਖੜੀ ਸੀ ਜਿਨ੍ਹਾਂ ਦੇ ਲਿਖਿਆ ਸੀ ਠਾਕਰ ਫਲਾਣਾ ਅਲਮ ਪਲਮ ਉਹਨਾਂ ਦੇ ਉਹਨਾਂ ਨੇ ਚਲਾਨ ਕੀਤੇ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਰ ਸਕਦੇ। ਉਹ ਕਹਿੰਦੇ ਨਹੀਂ ਇਹ ਕਨਸਟੀਟਿਊਸ਼ਨ ਕਹਿੰਦਾ ਇਹ ਸਾਡਾ ਸਮਾਜ ਕਹਿੰਦਾ ਕਿ ਅਸੀਂ ਤੁਸੀਂ ਆਪਣੇ ਘਰਾਂ ਜੋ ਕੁਝ ਕਰਨਾ ਕਰ ਸਕਦੇ ਹਾਂ ਲੇਕਿਨ ਗੱਡੀ ਦੇ ਪਿੱਛੇ ਆਪਣੀ ਜਾਤ ਤੁਸੀਂ ਡਿਸਪਲੇ ਨਹੀਂ ਕਰ ਸਕਦੇ ਐਂਡ ਦੇ ਵਰ ਚਾਰਜਡ। ਇਹ ਅੱਜ ਦੀ ਕੱਟੜ ਹਿੰਦੂ ਮਤਲਬ ਗਵਰਨਮੈਂਟ ਦੀ ਇਹ ਪਾਲਿਸੀ ਆ। ਨਹੀਂ ਜੇ ਕਨਸਟੀਟਿਊਸ਼ਨ ਚ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਹੈ ਜੀ ਇਹ ਆਪਣੇ ਕਿ ਇਹ ਸਰਵਾਈਵ ਹੀ ਨਹੀਂ ਕਰਨਾ ਸਮਝ ਗਏ ਨਾ ਜੀ। ਇਸ ਕਰਕੇ ਦੇਖੋ ਜਿਹੜੀ ਠੀਕ ਹੈ ਜਿਹੜਾ ਮੈਨੂੰ ਸਮਰਤੀ ਆ ਇਹਨੂੰ ਜਾਲਣ ਦੇ ਨਾਲ ਇਹਨੇ ਖਤਮ ਨਹੀਂ ਹੋਣਾ। ਬਿਲਕੁਲ ਜੀ ਬਿਲਕੁਲ। ਇਹ ਤੁਹਾਨੂੰ ਲੋਕਾਂ ਦੇ ਮਾਈਂਡ ਸੈਟ ਚੇਂਜ ਕਰਨੇ ਪੈਣੇ ਆ। ਮਾਈਂਡ ਸੈਟ ਜਿਹੜੇ ਆ ਉਹ ਸਿਰਫ ਐਜੂਕੇਸ਼ਨ ਦੇ ਨਾਲ ਆਉਣੇ ਆ ਔਰ ਐਜੂਕੇਸ਼ਨ ਦੇ ਨਾਲ ਤੁਹਾਡੀ ਪੜ੍ਹਿਆ ਲਿਖਿਆ ਤੇ ਬੰਦਾ ਇਦਾਂ ਹੀ ਕਰੇਗਾ। ਪੜ੍ਹਿਆ ਲਿਖਿਆ ਬੰਦਾ ਉਸ ਦਿਨ ਲੋਕਾਂ ਨੂੰ ਸਮਝਾਏਗਾ ਨਾ ਕਿ ਉਹ ਆਪਣਾ ਗੁੱਸਾ ਕੱਢੇਗਾ। ਉਹਦਾ ਸਮਾਜ ਜਿਹੜਾ ਉਹ ਇੰਨਾ ਪਿੱਛੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਨੰਗੇ ਹੋ ਕੇ ਉਹਨਾਂ ਨੇ ਹਰ 12 ਸਾਲ ਪਿੱਛੇ ਨਹਾਉਣ ਜਾਂਦੇ ਆ। ਹਰ ਲੱਖਾਂ ਦੀ ਗਿਣਤੀ ਵਿੱਚ ਉਹ ਸਵਾਹ ਮਲ ਕੇ ਆਪਣੇ ਸਰੀਰ ਤੇ ਆਪਣੇ ਆਪ ਨੂੰ ਧਾਰਮਿਕ ਲੋਕ ਹੁੰਦੇ ਨੇ। ਤੁਸੀਂ ਉਸ ਇਹੋ ਜਿਹੇ ਮਾਈਂਡ ਸੈਟ ਦਾ ਇਹੋ ਜਿਹੇ ਸਮਾਜ ਦਾ ਤੁਸੀਂ ਕੋਈ ਪ੍ਰੋਗਰੈਸ ਦੇਖ ਸਕਦੇ? ਇਹਦੀ ਕੋਈ ਜਗ੍ਹਾ ਹੈ ਅਗਲੇ ਫਿਊਚਰ ਦੇ ਵਿੱਚ ਅਗਲੇ ਜ਼ਮਾਨੇ ਦੇ ਵਿੱਚ? ਦੇ ਗੋਇੰਗ ਟੂ ਡਾਈ देयर ओन डेथ मैन। ਤੁਸੀਂ ਇਹੀ ਆ ਜੋ ਕਰਦੇ ਉਹਨੂੰ ਕਰੀ ਜਾਣਦੇ ਹੋ। ਜਿਹੜਾ ਕੋਈ ਨਰਕ 'ਚ ਬੈਠਾ ਉਹਨੂੰ ਬੈਠੀ ਜਾਣਦੇ ਹੋ। ਇਗਨੋਰ ਇਟ। ਕੋਈ ਫਾਇਦਾ ਨਹੀਂ ਉਹਨਾਂ ਲੋਕਾਂ ਦੇ ਨਾਲ ਆਪਣਾ ਟਾਈਮ ਵੇਸਟ ਕਰਨ ਦਾ। ਲੋਕਾਂ ਨੇ ਇਹਨਾਂ ਮੁਲਕਾਂ ਵਿੱਚ ਵੀ ਕੂ ਕਲਕਸ ਕਲਾਨ ਬਹੁਤ ਚੜਿਆ ਸੀਗਾ। ਸਭ ਲੋਕਾਂ ਨੇ ਉਹਨੂੰ ਥੱਲੇ ਪੜ ਕੇ ਰੱਖਤਾ। ਅਮਰੀਕਾ 'ਚ ਤੁਹਾਡੇ ਸਾਹਮਣੇ ਆ ਜਿਹਨੂੰ ਕੂ ਕਲਕਸ ਕਲਾਨ ਉੱਤੇ ਬੋਲ ਤੱਕ ਨਹੀਂ ਸਕਦਾ ਕਿਉਂਕਿ ਲੋਕਾਂ 'ਚ ਜਾਗਰਤੀ ਆ ਚੁੱਕੀ ਆ। ਜਿਹੜੇ ਡੈਮੋਕ੍ਰੇਟ ਲੋਕ ਆ ਵਰਕਿੰਗ ਕਲਾਸ ਲੋਕਾਂ 'ਚੋਂ ਉੱਠ ਕੇ ਆ ਚੁੱਕੇ ਆ। ਅੱਜ ਤੁਸੀਂ ਨਾ ਮੈਂ ਤਾਂ ਇੰਨੇ ਚਿਰ ਦਾ ਬਾਹਰ ਬੈਠਾ ਤੁਸੀਂ ਤਾਂ ਯੰਗ ਆਦਮੀ ਆ ਮੈਨੂੰ ਤਾਂ ਬਹੁਤ ਚਿਰ ਹੋਇਆ ਪਰ ਮੈਂ ਜਦ ਦੇਖਦਾ ਅੱਜ ਜੋ ਜਾਗਰਤੀ ਸਾਡੇ ਮੁਲਕ 'ਚ ਆ ਰਹੀ ਆ ਉਹ ਮੁਲਕ ਦੇ ਨਕਸ਼ੇ ਨੂੰ ਬਦਲ ਕੇ ਰੱਖ ਦੇਣਗੇ। ਇਹ ਜਿਹੜੀਆਂ ਮਨੂ ਸਿਮਰਤੀਆਂ ਇਹ ਜਾਤਾਂ ਪਾਤਾਂ ਜਿਹੜੀਆਂ ਹੈਗੀਆਂ ਇਹ ਸਾਡੇ ਸਮਾਜ 'ਚੋਂ ਅਗਲੇ 20 ਸਾਲ ਵਿੱਚ ਖਤਮ ਹੋ ਜਾਣੀਆਂ। ਤੁਸੀਂ ਇੰਡੀਆ ਦੀ ਗੱਲ ਕਰਦੇ ਯਾਰ। ਤੁਸੀਂ ਇਸ ਮੁਲਕ 'ਚ ਦੇਖੋ ਤਾਣ ਕੇ ਇਹਨਾਂ ਮੁਲਕਾਂ 'ਚ ਅਸੀਂ ਜਾਤਾਂ ਪਾਤਾਂ ਲੈ ਕੇ ਸਾਡੇ ਆਪਣਿਆਂ 'ਚ ਦੇਖੋ ਤੁਸੀਂ। ਇੱਕ ਮੈਨੂੰ ਕਹਿੰਦਾ ਕਿ ਉਹ ਕਹਿੰਦੇ ਜੀ ਜੱਟ ਪੁਲਿਸ ਜੱਟਾਂ ਲਈ ਬਹਿਜਾ ਕਰਦੇ। ਮੈਂ ਕਹਿੰਦਾ ਜਵਾਬ ਕੀ ਆ? ਉਹਦਾ ਜਵਾਬ ਹੈ ਕਨਸਟੀਟਿਊਸ਼ਨ। ਤੁਸੀਂ ਉਹਨੂੰ ਅਦਾਲਤ ਵਿੱਚ ਲੈ ਕੇ ਜਾਓ ਕਿ ਇਹ ਕਨਸਟੀਟਿਊਸ਼ਨ ਕਹਿੰਦਾ ਤੁਸੀਂ ਇਹ ਨਹੀਂ ਲਿਖ ਸਕਦੇ। ਤੁਸੀਂ ਕੀ ਕੀਤਾ? ਉਹ ਜੱਟ ਪੁਲਿਸ ਚਮਾਰਾਂ ਦੇ ਬਹਿਜਾ ਕਰਦੇ। ਇਹ ਜਵਾਬ ਹੈ ਇਸ ਚੀਜ਼ ਦਾ। ਅਸੀਂ ਸਭ ਲੋਕ ਮਤਲਬ ਉਲਟ ਚੱਕੇ ਹੋਏ ਆ। ਸਾਡੇ ਦਿਮਾਗ ਨਾਲ ਬੈਠਣ ਕੇ ਸੋਚਦੇ ਨਹੀਂਗੇ। ਉਹਦੀ ਪ੍ਰੋਬਲਮ ਇਹ ਆ ਕਿ ਸਾਡੇ ਕੋਲ ਐਜੂਕੇਸ਼ਨ ਹੈ ਨਹੀਂ ਗੀ। ਇਸੇ ਕਰਕੇ ਅਸੀਂ ਖੁਦ ਵੀ ਜਾਤਾਂ ਪਾਤਾਂ 'ਚ ਫਸ ਗਏ ਆ। ਖੁਦ ਅਸੀਂ ਮਤਲਬ ਤੰਗ ਦਿਲੀ 'ਚ ਫਸ ਗਏ ਆ। ਬਹੁਤ ਮਿਹਰਬਾਨੀ ਜੀ। ਟਾਈਮ ਦੀ ਕਮੀ ਆ। ਦੁਨੀਆ ਨੂੰ ਦੇਖੋ ਇਸ ਮੌਕੇ ਦੇਖੋ ਦੁਨੀਆ ਦੀ ਬਦਲਦੀ ਨੂੰ ਦੇਖੋ। ਤੁਸੀਂ ਤਾਂ ਹਲੇ 50 ਸਾਲ ਦੀਆਂ ਗੱਲਾਂ ਕਰੀ ਜਾਂਦੇ ਆ। ਦੇ ਆਰ ਫਿਨਿਸ਼ ਮੈਨ। ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਾਬਾ ਡਾਕਟਰ ਅੰਬੇਦਕਰ ਸਾਹਿਬ ਨੇ ਇਕੱਲੇ ਨੇ ਨਹੀਂ ਪਾਸ ਕੀਤਾ। ਉਸ ਵੇਲੇ ਹਿੰਦੂਆਂ ਨੇ ਪਾਸ ਕੀਤਾ ਸੀਗਾ। ਹਿੰਦੂਆਂ ਨੇ ਪਾਸ ਕੀਤਾ ਸੀਗਾ। ਹਿੰਦੂਆਂ ਨੇ ਉਹ ਕਨਸਟੀਟਿਊਸ਼ਨ ਨੂੰ ਬਤਾਇਆ ਸੀਗਾ। ਇਸ ਕਰਕੇ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ। ਸਮਾਜ ਬਦਲ ਰਿਹਾ ਦੁਨੀਆ ਬਦਲ ਰਹੀ ਆ। ਇਹ ਜੇ ਨਾ ਮਤੀ ਜਿਹੜੀ ਆ। ਥੈਂਕ ਯੂ ਸਰ ਜੀ। ਥੈਂਕ ਯੂ ਤੁਹਾਡੀ ਬਹੁਤ ਮਿਹਰਬਾਨੀ। ਟਾਈਮ ਬਹੁਤ ਥੋੜਾ ਰਹਿ ਗਿਆ। ਮੈਂ ਇੱਕ ਗੱਲ ਕਹਿ ਦਿਆਂ ਕਿਉਂਕਿ ਮੈਂ ਇੰਡੀਆ ਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਵਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤੇ ਸਾਡੇ ਸਿਵੇ ਜਿਹੜੇ ਆ ਉਹ ਸਾਂਝੇ ਕੀਤੇ ਜਾਣ ਤੇ ਉਹ ਸਾਡੇ ਸਮਾਜ ਦੇ ਲੋਕ ਜਿਹੜੇ ਆ ਉਹ ਨਹੀਂ ਸੀ ਮੰਨੇ। ਉਹ ਕਹਿੰਦੇ ਅਸੀਂ ਇਹਨਾਂ ਨੇ ਸਾਨੂੰ ਵੱਖ ਕੀਤਾ ਅਸੀਂ ਵੱਖ ਰਵਾਂਗੇ। ਅੱਜ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜਾ ਚਮਾਰ ਸ਼ਬਦ ਆ ਉਹ ਲੋਕਾਂ ਨੇ ਐਕਸੈਪਟ ਕਰ ਲਿਆ ਭਾਵੇਂ ਕਿ ਸੰਵਿਧਾਨ ਦੇ ਵਿੱਚ ਇਹਦਾ ਵਿਰੋਧ ਆ। ਉਹ ਸਬਜੈਕਟ ਉਹਨੂੰ ਐਕਸੈਪਟ ਕਰ ਲਿਆ ਹੈ। ਸੋ ਇਸ ਕਰਕੇ ਮੇਰੇ ਕਹੇ ਜਾਂ ਭਾਈ ਸਾਹਿਬ ਦੇ ਕਹੇ ਮੈਂ ਕੁਝ ਨਹੀਂ ਕਹਿ ਸਕਦਾ। ਤੁਹਾਡਾ ਆਪਣੀ ਮਰਜ਼ੀ ਆ ਵੀ ਤੁਸੀਂ ਕਿਸ ਪਾਸੇ ਜਾਣਾ। ਜਿਹੜੇ ਲੋਕਾਂ ਨੂੰ ਸਤਾਇਆ ਗਿਆ ਉਹ ਹੁਣ ਉੱਥੇ ਖੜ ਗਏ। ਜੀ ਸਰ। ਜੈ ਗੁਰਦੇਵ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ।
ਹੈਲੋ ਸਪੀਕ ਟੂ ਭਗਵੰਤ। ਹਾਂਜੀ ਕੌਣ ਸਾਹਿਬ ਬੋਲਦੇ ਜੀ? ਹੈਲੋ, ਕਿੱਦਾਂ ਛੋਟੇ ਭਾਈ? ਠੀਕ ਹੈ ਜੀ। ਹਾਂਜੀ ਠੀਕ ਹੈ। ਮੋਹਨ ਬੋਲਦਾ, ਸੰਧੂ। ਹਾਂਜੀ ਹਾਂਜੀ ਸੰਧੂ ਸਾਹਿਬ। ਹਾਂਜੀ, ਜਿਹੜਾ ਪ੍ਰੋਗਰਾਮ ਰੱਖਿਆ ਨਾ ਵੈਰੀ ਬਿਊਟੀਫੁਲ, ਪਰ ਕਿਸਾਨਾਂ ਤੇ ਵੀ ਹੈ ਨਾ ਉੱਥੇ ਲਾਓ। ਹਾਂਜੀ ਸਮਝ ਨਹੀਂ ਆਈ। ਥੈਂਕ ਯੂ ਵੈਰੀ ਮਚ। ਪਿਆਰੇ ਦਰਸ਼ਕੋ, ਸਾਡੇ ਕੋਲ 5-4 ਮਿੰਟ ਰਹਿ ਗਏ ਨੇ, ਕਾਲ ਨਹੀਂ ਲਈ ਜਾਊਗੀ। ਤੁਸੀਂ ਕਿਸਾਨੀ ਬਾਰੇ ਅਪਡੇਟ ਦਿਓ ਜੀ ਹੁਣ। ਹਾਂਜੀ, ਕਿਸਾਨੀ ਬਸ 1 ਮਿੰਟ ਦੇ ਵਿੱਚ ਕਲੀਅਰ ਕਰਦਾ ਮੈਂ। ਕਿਸਾਨੀ ਦੀ ਦੇਖੋ ਜੀ, ਕੱਲ ਮੀਟਿੰਗ ਸੀਗੀ ਜਿਹੜੀ ਦੁਬਾਰਾ ਹੁਣ ਹੋਈ ਸੀਗੀ, ਹੈ ਨਾ, ਉਹਦੇ ਵਿੱਚ ਉਹਨਾਂ ਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੂੰ ਸੱਦਿਆ ਗਿਆ। ਉਹ ਜਿੱਦਾਂ ਕਿ ਕਿਸਾਨ ਜਥੇਬੰਦੀਆਂ ਨੂੰ ਤਾਂ ਪਹਿਲਾਂ ਹੀ ਪਤਾ ਸੀ, ਉਹ ਜਾਣੂ ਸੀਗੇ ਕਿ ਉਹਨਾਂ ਨੇ ਕੁਝ ਕਰਨਾ ਤਾਂ ਹੈ ਨਹੀਂਗਾ, ਅੱਗੇ ਵੀ ਉਹ ਗੇੜਾ ਗੂੜਾ ਜਿਹਾ ਫਰਾ ਕੇ ਤਾਂ ਉਹ ਫੇਰ ਮੁੜ ਕੇ ਭੇਜ ਦਿੰਦੇ ਆ। ਉਹ ਸਿਰਫ ਕੀ ਆ, ਉਹ ਜਿੱਦਾਂ ਲੋਲੀਪੌਪ ਜਿਹਾ ਉਹਨਾਂ ਨੇ ਰੱਖਿਆ ਹੋਇਆ, ਉਹ 2-3 ਬੰਦੇ ਰੱਖੇ ਹੋ ਆ ਉਹਨਾਂ ਨੇ। ਉਹ ਸਿਰਫ ਉਹਨਾਂ ਦੀਆਂ ਗੱਲਾਂ ਸੁਣ ਕੇ ਜਾਂ ਕਿੱਦਾਂ ਵੀ ਲੋਕਾਂ ਨੂੰ ਭਰਮਾਉਣ ਦੇ ਲਈ ਵੀ ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ। ਜਿੱਦਾਂ ਹੁਣ ਕੱਲ੍ਹ ਕੀ ਹੋਇਆ, ਕੱਲ੍ਹ ਉਹਨਾਂ ਨੇ ਕਿਹਾ ਕਿ ਜਿਹੜਾ ਜੀ ਅਸੀਂ ਪਰਾਲੀ ਦਾ ਜਿਹੜਾ ਬਿੱਲ ਲਿਆਂਦਾ ਸੀਗਾ ਨਾ, ਪਰਾਲੀ ਨੂੰ ਸਾੜਨ ਦਾ, ਤੇ ਵੀ 5 ਕਰੋੜ ਤੱਕ 5 ਸਾਲ ਤੱਕ ਦੀ ਜੇਲ੍ਹ ਤੇ 1 ਕਰੋੜ ਤੱਕ ਦਾ ਤੁਹਾਨੂੰ ਜਿਹੜਾ ਆ ਫਾਈਨ ਹੋ ਸਕਦਾ, ਕੋਰਟ ਕਰ ਸਕਦੀ ਹੈ ਨਾ, ਵੀ ਉਹ ਅਸੀਂ ਵਾਪਸ ਲੈ ਲੈਣੀ ਆ। ਮੈਂ ਜ਼ਰੂਰੀ ਕੋਈ ਕਾਲ ਹੋਣੀ ਹੈ, ਵੈਸੇ ਕਾਲਾਂ ਦਾ ਹੁਣ ਟਾਈਮ ਨਹੀਂ। ਹੈਲੋ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਜੀ। ਹਾਂਜੀ ਹਾਂਜੀ, ਕੌਣ ਸਾਹਿਬ ਬੋਲਦੇ ਜੀ? ਹਾਂਜੀ, ਮੈਂ ਡਾਕਟਰ ਜੱਜ ਬੋਲਦਾ ਜੀ। ਡਾਕਟਰ ਗਿੱਲ ਸਾਹਿਬ ਜੀ। ਚਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੇਰੇ ਵੱਲੋਂ ਪਹਿਲੀ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਸਾਰੀ ਟੀਮ ਨੂੰ ਜੀ, ਕਾਂਸ਼ੀ ਟੀਵੀ ਨੂੰ ਤੇ ਉਹਦੀ ਮੈਂਬਰਾਂ ਨੂੰ ਸਾਰਿਆਂ ਨੂੰ ਵਧਾਈਆਂ। ਚਾਲ ਸਾਹਿਬ, ਦੂਜੀ ਗੱਲ ਜਿਹੜੀ ਮੇਨ ਆਪਾਂ ਗੱਲ ਕਰੇ ਨਾ, ਮਨੂ ਸਮ੍ਰਿਤੀ ਦੀ ਆਪ ਚੱਲਦੀ ਸੀ ਗੱਲ, ਬਾਬਾ ਸਾਹਿਬ ਨੇ ਜਿਹੜੀ ਮਨੂ ਸਮ੍ਰਿਤੀ ਸਾੜੀ ਹੈ, ਆਪਾਂ ਉਹਦੀ ਭਾਵਨਾ ਨੂੰ ਵੇਖਣਾ, ਉਹਨੂੰ ਰਿਪੀਟ ਨਹੀਂ ਕਰਨਾ ਹਰ ਸਾਲ ਜੀ। ਤੇ ਆਪਾਂ ਮੈਂ ਸਮਝਦਾ ਵੀ ਆਪਾਂ ਨੂੰ ਹਰ ਸਾਲ ਇਸ ਦਿਨ ਤੋਂ ਪਹਿਲਾਂ ਤਿਆਰੀ ਕਰਨੀ ਚਾਹੀਦੀ, ਤੇ ਤਹਿਸੀਲ ਡਿਸਟ੍ਰਿਕਟ ਲੈਵਲ ਤੇ, ਤਹਿਸੀਲ ਲੈਵਲ ਤੇ, ਪਿੰਡ ਲੈਵਲ ਤੇ, ਮਤਲਬ ਵੀ ਇਹਦੇ ਨਾ ਬਰੀਫਿੰਗ ਵਿੱਚ ਮਨੂ ਸਮ੍ਰਿਤੀ ਛਾਪ ਕੇ ਸਾਹਿਬ ਨੇ ਕਿਉਂ ਸਾੜੀ, ਇਹਦਾ ਉੱਥੇ ਪਿੰਡ ਜਾ ਕੇ ਪ੍ਰਚਾਰ ਹੋਣਾ ਚਾਹੀਦਾ ਜੀ। ਮਤਲਬ ਜਿਹੜੀ ਬੇਸਿਕ ਚੀਜ਼ ਮੈਂ ਇਹ ਸਮਝਦਾ ਵੀ ਇਹ ਡਿਸਟ੍ਰਿਕਟ ਲੈਵਲ ਤੇ, ਤਹਿਸੀਲ ਲੈਵਲ ਤੇ, ਪਿੰਡ ਲੈਵਲ ਤੇ ਹੋਣਾ ਚਾਹੀਦਾ। ਹਰ ਸਾਲ ਇੱਦਾਂ ਹੋਣਾ ਚਾਹੀਦਾ ਜੀ। ਬੱਚਿਆਂ ਵਿੱਚ ਇਹ ਗੱਲ ਜਾਵੇ, ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਸ਼ਹਿਰ ਨਹੀਂ ਜਾ ਸਕਦੀਆਂ, ਜਿਹੜੇ ਅਨਪੜ੍ਹ ਲੋਕ, ਉਹਨਾਂ ਵਿੱਚ ਵੀ ਜਾਵੇ, ਸਾਰਿਆਂ ਨੂੰ ਇਕੱਠਿਆਂ ਕਰਕੇ ਇਸ ਦਿਨ ਤੇ ਮਨਾਇਆ ਜਾਵੇ ਜੀ। ਤੇ ਇਹ ਡਾਕਟਰ ਸਾਹਿਬ ਦੀ ਇਹ ਭਾਵਨਾ, ਇਹੋ ਹੀ ਭਾਵਨਾ ਸੀ, ਨਾ ਕਿ ਇਹਨੂੰ ਹਰ ਸਾਲ ਸਾੜਿਆ ਜਾਵੇ। ਸਾੜ ਕੇ ਲੋਕ ਘਰਾਂ ਨੂੰ ਚਲੇ ਜਾਂਦੇ ਨੇ ਭਾਸ਼ਣ ਕਰਕੇ, ਉਹਦੀ ਕੋਟ ਨਹੀਂ ਨਿਕਲਦੀ ਜੀ। ਥੈਂਕ ਯੂ ਤੁਹਾਡੇ ਪਿਆਰ ਦਾ ਜੀ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਮੇਰੇ ਕੋਲ 2 ਮਿੰਟ ਮੈਂ ਲਵਾਂਗਾ, ਉਸ ਤੋਂ ਬਾਅਦ ਬਚਦੇ ਫਿਰ ਅਸੀਂ ਗੱਲ ਕਰਦੇ ਨੇ। ਪਿਛਲੀ ਵਾਰ ਸ਼ਬਦਾਂ ਦਾ ਹੇਰ ਫੇਰ, ਕਿਉਂਕਿ ਕਾਹਲੀ 'ਚ ਪ੍ਰੋਗਰਾਮ ਸੀਗਾ, ਉਹ ਰਹਿ ਗਿਆ ਸੀ। 1 ਮਿੰਟ 'ਚ ਮੈਂ ਨਿਬੇੜ ਦੇਣੇ ਆ ਵੀ ਸ਼ਬਦਾਂ ਦਾ ਹੇਰ ਫੇਰ, ਜਿਹੜੇ ਸ਼ਬਦ ਤੁਰੇ ਸੀ ਉਹ ਸਾਡੇ ਤੱਕ ਪਹੁੰਚਦਿਆਂ ਬਹੁਤ ਵਾਰੀ ਉਹਨਾਂ ਦੇ ਅਰਥ ਬਦਲ ਗਏ। ਬੈਨਰ ਅਸੀਂ ਜਿਹੜੇ ਲਾਉਣੇ ਆ, ਉਹਨਾਂ ਨੂੰ ਅੱਜ ਕੱਲ੍ਹ ਅਸੀਂ ਇਸ ਤਰ੍ਹਾਂ ਐਕਸੈਪਟ ਕਰਦੇ ਵੀ ਬੈਨਰ ਲਾ ਦਿਓ ਜੀ, ਬੈਨਰ ਫਲਾਣੇ ਦਾ ਬੈਨਰ ਲੱਗਾ। ਇਹ ਸ਼ੁਰੂ ਹੋਇਆ ਸੀ ਰਾਜਿਆਂ ਤੋਂ, ਜਿਸ ਤੇ ਬੈਨ ਲੱਗ ਜਾਂਦਾ ਸੀ ਉਹਦਾ ਬੈਨਰ ਲੱਗਦਾ ਸੀ। ਅੱਛਾ, ਵਾਹ ਜੀ ਵਾਹ। ਵੀ ਉਹਦੇ ਬੈਨਰ ਲਾ ਦੇ, ਬੈਨਰ ਲਾ ਦੇ, ਬੈਨ ਹੋ ਗਿਆ, ਇਹ ਬੈਂਡਡ ਆ। ਤੇ ਲੇਕਿਨ ਉਹ ਬਣਦਾ ਸਾਡੇ ਤੱਕ ਉਹ ਬੈਨਰ ਬਣ ਗਿਆ ਵੀ ਇਹਨੂੰ ਲੱਭੋ, ਝੰਡਾ। ਉਸ ਤੋਂ ਬਾਅਦ ਮਾਈਆਂ, ਜਿਹੜਾ ਤੁਸੀਂ ਵੀ ਲਵਾਇਆ ਹੋਣਾ ਵਿਆਹ ਤੋਂ 3 ਦਿਨ ਪਹਿਲਾਂ, ਲੱਗਿਆ ਸੀ ਲੱਗਦਾ ਆਟਾ ਜਿਹਾ ਪਾ ਕੇ। ਹਾਂ, ਉਹ ਮਾਈਆਂ ਨੂੰ ਅਸੀਂ ਹਲਦੀ ਲਾਉਣ ਨੂੰ ਮਾਈਆਂ ਕਹਿਣ ਲੱਗ ਪਏ। ਅਸਲ ਦੇ ਵਿੱਚ ਜਿਹੜੀ ਪੀੜ੍ਹੀ ਆ, ਉਹਦੇ ਉੱਤੇ ਬਿਠਾਉਣਾ ਮਾਈਆਂ ਸ਼ਬਦ ਸੀ। ਮਾਈਆਂ ਪੀੜ੍ਹੀ ਤੇ ਬੈਠਣ, ਪੀੜ੍ਹੀ ਨੂੰ ਕਹਿੰਦੇ ਸੀ ਮਾਈਆਂ। ਜਦੋਂ ਸ਼ੁਰੂ ਪੀੜ੍ਹੀ ਨੂੰ ਕਹਿੰਦੇ ਸੀ ਮਾਈਆਂ ਜੀ। ਇੱਦਾਂ ਤਾਂ ਨਹੀਂ ਸੀ ਵੀ ਉਹ ਜਿਹੜੀ ਪੀੜ੍ਹੀ ਹੁੰਦੀ ਸੀ ਉਹ ਹਮੇਸ਼ਾ ਉਹ ਮਾਈਆਂ, ਜਿੱਦਾਂ ਦੁਆਬੇ ਦੇ ਵਿੱਚ ਇੱਕ ਲਫ਼ਜ਼ ਆ ਵੀ ਮਾਈ, ਨਹੀਂ ਮਾਈ ਮਤਲਬ ਉੱਥੇ ਦਾਦੀ ਨੂੰ ਕਿਹਾ ਜਾਂਦਾ, ਬੁੜੀਆਂ ਨੂੰ ਵੀ ਕਿਹਾ ਜਾਂਦਾ। ਮਾਈਆਂ ਲਾਉਣਾ, ਉਹਨੂੰ ਮਾਈਆਂ ਤੇ ਬਿਠਾ ਦੇਣਾ, ਤੇ ਮਾਝਾ ਅੱਛਾ ਜਿਹੜਾ ਬਾਅਦ ਦੇ ਵਿੱਚ ਉੱਪਰ ਲਾਉਣਾ, ਉਹ ਫਿਰ ਸ਼ਬਦ ਵਿਗੜਦਾ ਮਾਈਆਂ ਹੀ ਕਹਿਣ ਲੱਗ ਪਏ। ਮਾਈਆਂ ਬਣ ਗਿਆ। ਗੋਰਖ ਧੰਦਾ, ਰੱਬ ਇੱਕ ਗੋਰਖ ਧੰਦਾ, ਰੱਬ ਇੱਕ ਗੋਰ ਪੇਜ ਇਸ ਦੇ ਖੁੱਲਣ ਲੱਗਿਆ ਕਾਫਰ ਹੋ ਜਾਏ ਬੰਦਾ। ਬਿਲਕੁਲ, ਜਿਹਨੂੰ ਕੋਈ ਸਮਝ ਨਾ ਸਕੇ। ਹਾਂਜੀ, ਜਿਹਨੂੰ ਕੋਈ ਸਮਝ ਨਾ ਸਕੇ। ਇਹ ਸੀਗਾ, ਬਹੁਤੇ ਲੋਕ ਇਹ ਕਹਿੰਦੇ ਕਿ ਗੋਰਖ ਜਿਹੜਾ ਉਹ ਬਹੁਤ ਸਾਲਾਂ ਤੋਂ, ਕਦੀ ਬਾਬਾ ਬਾਲਕ ਨਾਥ ਵੇਲੇ ਵੀ ਸੀ, ਉਹ ਰਾਂਝੇ ਵੇਲੇ ਵੀ ਸੀ, ਜਾਂ ਹੋਰ ਵੀ ਸੀ। ਪਰ ਇਹ ਗੋਰਖਨਾਥ ਦਾ ਜਿਹੜਾ ਸ਼ਬਦ ਬਣਿਆ, ਉਹ ਰਜਿਸਟਰਡ ਜਿਹੜਾ ਡਿਕਸ਼ਨਰੀ ਦੇ ਵਿੱਚ, ਉਹ ਇੱਕ ਜਿੰਦਾ ਸੀ ਉਹਦੇ ਕੋਲ, ਗੋਰਖਨਾਥ ਕੋਲ। ਉਹ ਇੱਕ ਜਿੰਦਾ ਸੀ
ਜਦੋਂ ਉਹਨੂੰ ਖੋਲਦਾ ਸੀ ਉਹਨੂੰ ਇੱਕ ਵਾਰੀ ਐਂ ਕਰਨਾ ਪੈਂਦਾ ਸੀ, 3 ਵਾਰੀ ਫਿਰ ਐਂ ਕਰਨਾ ਪੈਂਦਾ, 15 ਵਾਰੀ ਫਿਰ ਉਹਨੂੰ ਐਂ ਕਰਨਾ ਪੈਂਦਾ, ਫੇਰ ਖੁੱਲਦਾ ਸੀ, ਤੀਜੀ ਵਾਰੀ ਫਿਰ ਉਹਨੂੰ 3 ਵਾਰੀ ਕਰਨਾ, ਫਿਰ ਜਾ ਕੇ ਕਰਦੇ ਤਾਂ ਖੁੱਲਦਾ ਸੀ। ਉਹਦਾ ਜਿੰਦਾ ਖੋਲਣੇ ਗੋਰਖ ਧੰਦਾ ਸੀ। ਇਹ ਤਾਂ ਪਹਿਲੀ ਗੱਲ ਸਾਨੂੰ ਉਦਾਂ ਹੀ ਭੁੱਲ ਗਿਆ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਜ ਇਸ ਦੇ ਖੋਲਣ ਲੱਗਿਆ ਕਾਫੀ ਹੋ ਜਾਏ। ਲਓ ਜੀ, 3 ਸ਼ਬਦ ਅਸੀਂ ਤੁਹਾਡੇ ਨਾਲ ਕਰਦੇ ਨੇ, ਸਾਡੇ ਹੋ ਗਏ। ਤੁਸੀਂ ਕੁਝ ਕਿਸਾਨੀ ਤੇ ਗੱਲ ਕਰਿਆ ਸੀ। ਉਹੀ ਆਪਾਂ ਕਿਸਾਨੀ ਦੀ ਗੱਲ ਕਰਦੇ ਸੀ। ਦੇਖੋ ਜਦੋਂ ਕੱਲ ਮੀਟਿੰਗ ਹੋ ਕੇ ਹਟੀ ਆ ਉਹਦੇ ਵਿੱਚ ਹੈ ਨਾ, ਉਹਨਾਂ ਨੇ ਇਹੀ ਕਿਹਾ ਆ ਵੀ ਜਿਹੜੇ ਅਸੀਂ ਤੁਹਾਡੇ ਜਿਹੜੇ ਇਹ ਕੇਸ ਆ ਜਿਹੜਾ ਕੀ ਕਹਿੰਦੇ ਸੀ ਆਪਾਂ ਉਹਨੂੰ, ਪ੍ਰਦੂਸ਼ਣ ਦਾ ਹੈ ਨਾ, ਉੱਤੇ ਗੱਲ ਚੱਲਦੀ ਸੀ ਵੀ ਜਿਹੜਾ 1 ਕਰੋੜ ਤੱਕ ਜਿਹੜਾ ਫਾਈਨ ਸੀਗਾ, 5 ਸਾਲ ਤੱਕ ਜੇਲ੍ਹ ਹੋ ਸਕਦੀ ਆ, ਵੀ ਉਹਦੇ ਵਿੱਚੋਂ ਅਸੀਂ ਉਹ ਵਾਪਸ ਲੈਂਦੇ ਆ। ਵਾਪਸ ਕੀ ਮਤਲਬ, ਇੰਡਸਟਰੀ ਲਈ ਉਹ ਲਾਗੂ ਰਹੂਗਾ, ਉਹਨੂੰ ਘੁਮਾ ਫਿਰਾ ਕੇ ਥੋੜਾ ਜਿਹਾ ਤਰੋੜ ਮੋੜ ਦਿੱਤਾ ਵੀ ਜਿਹੜਾ ਕਿਸਾਨਾਂ ਤੇ ਲਾਗੂ ਨਹੀਂ ਹੋਊਗਾ। ਫਿਰ ਦੂਸਰੇ ਸੀਗੇ ਜਿਹੜੇ ਬਿਜਲੀ ਬਿੱਲ ਆ, ਬਿਜਲੀ ਬਿੱਲ ਆ ਵੀ ਜਿਹੜੀ ਇਹਦੀ ਸੋਧ ਆ ਵੀ ਜਿਹੜੀ ਸਬਸਿਡੀ ਆ ਆਲਰੇਡੀ ਜਿਹੜੀ ਚੱਲਦੀ ਆ, ਇਹ ਇਸ ਤਰ੍ਹਾਂ ਚੱਲਦੀ ਰਹੂਗੀ। ਬਾਕੀ ਜਿਹੜੀ ਹੈਗੀ ਆ ਵੀ ਉਹ ਸੋਧ ਤਾਂ ਉਹਨਾਂ ਨੇ ਕਰਨੀ ਹੈ, ਕਿਉਂਕਿ ਪ੍ਰਾਈਵੇਟੇਸ਼ਨ ਤੇ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਉਹ ਕਰਨੀ ਹੀ ਕਰਨੀ ਹੈ ਐਂਡ ਆਫ ਦ ਡੇ, ਹੈ ਨਾ। ਸੋ ਉਹ ਜਿੱਦਾਂ ਥੋੜੀ ਜਿਹੀ ਰਾਹਤ ਦਿੱਤੀ ਆ, ਥੋੜਾ ਜਿਹਾ ਸਟੈਪ ਬੈਕ ਹੋਇਆ। ਅੰਬਾਨੀਆਂ ਦਾ ਦਬਦਬਾ ਸਿਰਫ ਇੰਡੀਆ 'ਚ ਨਹੀਂ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਚੱਲਦਾ। ਹਾਂਜੀ, ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ, ਕਾਫੀ ਵੱਡੀ ਗੱਲ ਆ। ਉੱਦਾਂ ਕਲੀਅਰ ਆਪਾਂ ਨੂੰ ਕਰ ਲਈ ਮਿੰਟ ਥੋੜੇ ਆਪਣੇ ਕੋਲ। ਦੇਖੋ ਇਹ 2010 ਦੇ ਵਿੱਚ ਆਪਣਾ ਜਿਹੜੇ ਜਥਾ, ਜਿੱਦਾਂ ਨਹੀਂ ਆਪਾਂ ਕਹਿੰਦੇ ਹੁੰਦੇ ਜਥਾ ਲੈ ਕੇ ਜਾਂਦੇ ਆ, ਇਹ ਜਿੱਦਾਂ ਅਮਰੀਕਾ ਵਾਲੇ ਆਉਂਦੇ ਆ 150 ਉਹਦੇ ਵਿੱਚ ਹੁੰਦਾ ਹੈ ਜਿਹੜਾ ਜਹਾਜ਼ ਭਰ ਕੇ ਨਹੀਂ ਜਹਾਜ਼ ਭਰ ਕੇ ਜਿਹੜੇ ਡੈਲੀਗੇਟ ਜਾਂਦਾ, ਜਿਹਦੇ ਵਿੱਚੋਂ ਕਿ ਬਹੁਤ ਸਾਰੇ ਬਿਜ਼ਨਸਮੈਨ ਹੁੰਦੇ ਆ। ਸੋ ਸਾਰੇ ਇਦਾਂ ਹੀ ਇਹ 2010 ਦੇ ਵਿੱਚ ਜਿਹੜਾ ਜਥਾ ਉੱਥੇ ਗਿਆ ਸੀ, ਉਹਦੇ ਵਿੱਚ ਇਹ ਡੀਲ ਹੋਈ ਸੀ ਇਹਨਾਂ ਦੀ ਕਿ ਅਸੀਂ ਜਿਹੜੀ ਕੋਲ ਮਾਈਨਿੰਗ ਤੁਹਾਡੀ ਆਸਟ੍ਰੇਲੀਆ ਦੇ ਵਿੱਚ ਕਰਨੀ ਹੈ, ਜਿਹਦਾ ਕਿ ਬਹੁਤ ਵੱਡਾ ਏਰੀਆ, ਤਕਰੀਬਨ 300 ਮਾਈਲ ਦਾ ਏਰੀਆ ਜਿਹੜਾ ਆ, ਕੁਈਨਜ਼ਲੈਂਡ ਉਹ ਏਰੀਏ ਨੂੰ ਨਾਮ ਦਿੱਤਾ ਗਿਆ ਆ ਵੀ ਉਹਨੂੰ ਕਹਿੰਦੇ ਆ। ਉੱਥੇ ਜਿਹੜਾ 300 ਮਾਈਲ ਦਾ ਜਿਹੜੇ ਮਾਈਨਿੰਗ ਆ, ਇਹਨਾਂ ਨੇ ਇੰਡੀਆ ਗਵਰਨਮੈਂਟ ਨੇ ਜਿੱਦਾਂ ਉੱਥੋਂ ਕੱਢਣ ਦੀ ਇਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਜਿਹੜਾ ਕੋਲਾ ਚਾਹੀਦਾ। ਬਹੁਤ ਮਿਹਰਬਾਨੀ ਜੀ। ਇਹ ਕੱਲ ਸੋ ਮੈਂ ਕਹਿੰਦਾ ਆਪਾਂ ਹੁਣ ਨੈਕਸਟ ਟਾਈਮ ਇਹ ਕਰਨਾ ਪੈਣਾ, ਕਲੀਅਰ ਨਹੀਂ ਹੋਈ ਗੱਲ, ਕਲੀਅਰ ਕਰ ਲੈਂਦੇ ਆ ਨੈਕਸਟ ਵੀਕ। ਤੇ ਸੋ ਮੇਰੇ ਨਾਲ ਥੋੜੇ ਜਿਹਾ ਰੱਖਿਆ ਛੋਟੀ ਜਿਹੀ ਮੰਡੇ ਵਾਲੇ ਦਿਨ ਮੈਂ 3 ਤੋਂ 4 ਵਜੇ ਤੱਕ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਿਹਾ, ਇਹ ਵਾਰਸ ਪੰਜਾਬ ਦੇ, ਉਹਦੇ ਵਿੱਚ ਸਾਡੇ ਨਾਲ ਮੁਲਾਕਾਤ ਕਰਾਂਗੇ ਜੀ। ਮੈਂ ਇੱਕ ਵਾਰ ਕਹਿੰਦਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਪ੍ਰਦੂਸ਼ਣ ਕਰਨਾ ਨਹੀਂ ਚਾਹੁੰਦਾ, ਕੋਈ ਨਾ ਹਾਂ, ਇਸ ਤੇ ਫਿਰ ਗੱਲ ਕਰਾਂਗੇ। ਇੱਕ ਸਰਕਾਰ ਦੀ ਜ਼ਿੰਮੇਵਾਰੀ ਆ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਦਰਸ਼ਕੋ, ਜੈ ਗੁਰਦੇਵ ਜੈ ਭੀਮ। ਇਸ ਦੇ ਨਾਲ ਹੀ ਆਪਣਾ ਖਿਆਲ ਰੱਖਿਓ, ਜਿਵੇਂ ਸਰਕਾਰ ਨੇ ਕਿਹਾ ਉਸ ਤਰੀਕੇ ਦਾ ਨਵਾਂ ਸਾਲ ਜਿਹੜਾ ਆ ਉਹ ਤੁਹਾਨੂੰ ਮੁਬਾਰਕ ਹੋਵੇ। ਵੈਸੇ ਤਾਂ ਪੁਰਾਣੇ ਨੇ ਬਾਹਲੀ ਚੰਗੀ ਤੇ ਸਾਡੇ ਨਾਲ ਨਹੀਂ ਕੀਤੀ, ਨਵਾਂ ਵੀ ਉੱਦਾਂ ਦਾ ਲੱਗਦਾ। ਸਰਕਾਰ ਦੇ ਜੋ ਖਿਆਲਾਤ ਨੇ ਉਹਨਾਂ ਦਾ ਖਿਆਲ ਰੱਖਿਓ, ਜਿਵੇਂ ਉਹਨਾਂ ਨੇ ਕਿਹਾ ਟਾਈਮ ਹੁੰਦਾ ਜਾ ਰਿਹਾ। ਸੋ ਇੱਕ ਵਾਰੀ ਫੇਰ ਮੈਂ ਦੱਸ ਦਿਆਂ ਕਿ ਸਾਡੇ ਇਹਨਾਂ ਵਿਚਾਰਾਂ ਦਾ ਕਾਂਚੀ TV ਦਾ ਵਿੱਚ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਹੀ ਜੈ ਗੁਰਦੇਵ।